मतलब पुलिस ये कहती भी कि जे मान लो मैं ड्रग की भी डोज ली है, मैं वर्स्ट कंडीशन कहना कि उन्हें चिट्टे की डोज ले ली, क्या वो चिट्टे की डोज दुखी होकर ली, ओदी अबैटमेंट जो साबित हो रही है तो ਉਹਦੇ ਤੇ पर्चा क्यों नहीं है? मतलब मैं फांसी ला के मरा तो मेरी अबैटमेंट टू सुसाइड मन्नी जाएगी, तो जे मैं गड्डी थले सिर दिता तो मेरी नहीं मन्नी जाएगी? इज इट बाय चॉइस? नो। सत श्री अकाल जी, छनकाटा टीवी देख रहे सारे ही दर्शकों का स्वागत। मैं गुरप्रीत कौर हर वार की तरह अज फिर अजिहे कुछ सवाल लैके तुहाडे सामने पेश हुई हाँ, जिन्हां दे जवाब देने लई स्टूडियो तो हाज़र ने गुरप्रीत सिंह रंधावा जी। सो इस एपीसोड दे विच मैं गुरप्रीत सिंह रंधावा का स्वागत करती हाँ। थैंक यू गुरप्रीत जी। ते किवें अज दा की टॉपिक आप शुरू कर रहे हो? सर अज के टॉपिक दे विच सवाल बहुत सारे ने, ते सब तो पहला मैं यही तुहाडे तो पुछना चाहुंदी हाँ कि रिश्ते टुटण दा असल कारण की है? रिश्ते टुटण दा असल कारण क्योंकि कल एक मैं मीटिंग दे विच सीगा, एक मुंडे नाल भी इत्थे एक गलत होया सी। उहदी वाइफ बाहर यूके गई सी, यूके जाके उस तो बाद विच उन्हें अपने हसबैंड नूं छड्ड दित्ता सीगा। ते उत्थे एक मैं उहदे ना बंदे दी गल सुनी। गल की सुनी भी ਉਹ ਇਹ ਗੱਲ ਕਹਿ ਰਿਹਾ ਵੀ ਮੇਰੇ ਨਾਲ ਮੈਨੂੰ ਮੇਰੇ ਬੇਟੇ ਲਈ ਇੱਕ ਰਿਸ਼ਤਾ ਆ ਰਿਹਾ ਸੀ, ਉਹ ਨਰਸ ਸੀ ਬਾਹਰ ਜੀ। ਮੈਂ ਆਪਣੇ ਮੁੰਡੇ ਦਾ ਰਿਸ਼ਤਾ ਨਹੀਂ ਕੀਤਾ ਵੀ ਕਿਉਂਕਿ ਮੁੰਡਾ ਕੁੜੀ ਦੇ ਥੱਲੇ ਲਾ ਕੇ ਕੰਮ ਕਰੂ। ਬਿਲਕੁਲ। ਤੇ ਮੈਨੂੰ ਉੱਥੇ ਇੱਕ ਚੀਜ਼ ਲੱਗੀ ਵੀ ਅਸੀਂ ਜਿਹੜੇ ਇਸ ਟਾਈਮ ਸਾਡੇ ਰਿਸ਼ਤੇ ਖਰਾਬ ਹੋ ਰਹੇ ਨਾ, ਸਾਡੀ ਈਗੋ ਦੇ ਕਰਕੇ ਹੋ ਰਹੇ ਆ। ਬਿਲਕੁਲ ਠੀਕ ਹੈ ਜੀ। ਕੁੜੀ ਕਮਾਵੇ, ਕੁੜੀ ਬਾਹਰ ਵੀ ਜਾਵੇ, ਕੁੜੀ ਕਮਾਵੇ ਵੀ, ਠੀਕ ਹੈ, ਕੁੜੀ ਸਾਰਾ ਕੁਝ ਵੀ ਕਰੇ, ਪਰ ਕੁੜੀ सिर्फ साडे मुंडे दी गल्लां भी सुने जी, साडे ताने मेने भी सुने, सानू जिहड़ी साडी नूंह आईफोन भी भेजे, सानू सारे काम करे, पर मेरे पुत्त नूं थल्ले ला के ना रखे भी काम ना मेरे पुत्त नूं करना पवे। ते कनेडा दी जिहड़ी बैठी कुड़ी विचारी जां अमेरिका बैठी है, ਉਹੀ काम करके पैसे भेजे, गुजारा तां हुंदा। फिर बंदा कहंदा भी अपने मुंडिਆਂ ਨੂੰ ਬਾਹਰ ਭੇਜੋ, ਕੁੜੀਆਂ ਨੂੰ ਕਿਉਂ ਭੇਜਦੇ ਆ ਜੀ? ਬਈ ਦੇਖੋ, ਕੁੜੀਆਂ ਇੱਕ ਤੁਹਾਡੇ ਬੱਚੇ ਨੂੰ ਵੀ ਜਨਮ ਦਿੰਦੀਆਂ ਨੇ, ਤੁਹਾਡੇ ਇੱਕ ਹੱਥ ਤੇ ਰੱਖੜੀ ਵੀ ਬੰਨ੍ਹਦੀਆਂ ਨੇ, ठीक है जी। थोड़ी माँ थोड़े रिश्ते भी बनाउंदियां ने, करदियां ने। माँ तो लैके अपनी भैन तक दे रिश्तिਆਂ तक जाओ, अपनी वाइफ तक दे रिश्तिਆਂ तक जाओ, अपनी ਜਿਹੜੀ ਇੱਕ ਕੁੜੀ ਦਾ ਜਿਹੜਾ ਇੱਕ ਹੈਗਾ ਆ ਪੂਰਾ ਦਾ ਪੂਰਾ ਅਕਸ ਤੁਹਾਡੇ ਸਾਹਮਣੇ ਆ ਜਾਂਦਾ ਜੀ ਜੀ। ਤੁਹਾਡੇ ਅਸੀਂ ਗੁਰੂ ਨਾਨਕ ਦੇਵ ਜੀ ਦੀਆਂ ਪੰਕਤੀਆਂ ਹਮੇਸ਼ਾ ਪੜ੍ਹਦੇ ਆ, ਹਮੇਸ਼ਾ ਸੁਣਦੇ ਆ, ਸੋ ਕੋ ਮੰਦਾ ਆਖੀਏ ਜਿਤ ਜੰਮੇ ਰਾਜਾਨ, ਪਰ ਅਸੀਂ ਉੱਤੇ ਅਮਲ ਨਹੀਂ ਕਰਦੇ। ਬਿਲਕੁਲ ਜੀ। ਅਮਲ ਕਿਉਂ ਨਹੀਂ ਕਰਦੇ? ਕਿਉਂਕਿ ਅਸੀਂ ਆਪਣੀ ਈਗੋ ਦੇ ਵਿੱਚ ਅਸੀਂ ਬਹੁਤ ਵੱਡੇ ਬਣ ਜਾਂਦੇ ਆ ਵੀ ਬੰਦਾ ਸਹੀ, ਲੇਡੀਜ਼ ਕਰ ਜੀ। ਤੇ ਸਰ ਜੇ ਰਿਸ਼ਤੇ ਟੁੱਟਣ ਦੀ ਗੱਲ ਕੀਤੀ ਜਾਵੇ, ਬੇਅੰਤ ਕੌਰ ਔਰ ਲਵਪ੍ਰੀਤ ਨੂੰ ਲੈ ਕੇ, ਮਤਲਬ ਕਿ ਉਹਨਾਂ ਦਾ ਰਿਸ਼ਤਾ ਕਿੱਥੇ ਫਿੱਕਾ ਪੈ ਗਿਆ? ਅਸਲ ਦੇ ਵਿੱਚ ਨਾ ਇਸ ਰਿਸ਼ਤੇ ਦੇ ਜਿਹੜੀ ਮੇਨ ਬੁਨਿਆਦ ਹੁੰਦੀ ਨਾ ਵਿਆਹ ਦੀ, ਉਹ ਇੱਕ ਬਲੀਵ ਹੁੰਦਾ ਆ। ਬਿਲਕੁਲ ਠੀਕ ਹੈ। ਇੱਕ ਬਲੀਵ ਹੁੰਦਾ, ਇੱਕ ਕਿਤੇ ਨਾ ਕਿਤੇ ਗੱਲ ਹੁੰਦੀ ਆ ਵੀ ਅਸੀਂ ਪੰਜਾਬ 'ਚ ਰਹਿੰਦੇ ਹਾਂ, ਇੱਕ ਬੰਦਾ ਜੇ ਪ੍ਰਦੇਸਾਂ 'ਚ ਰਹਿ ਰਿਹਾ, ਅਸੀਂ ਨਾ ਪ੍ਰਦੇਸਾਂ ਵਾਲੇ ਬੰਦੇ ਦੀ ਪ੍ਰੋਬਲਮ ਨਹੀਂ ਸਮਝਦੇ। ਇੱਥੇ ਇੱਕ ਅਸੀਂ ਇਕੱਲਾ ਬੰਦਾ ਜਾਂਦਾ ਕੰਮ ਕਰਨ ਲਈ, ਇੱਕ ਬੰਦਾ ਇੱਥੇ ਪੂਰੀ ਫੈਮਿਲੀ 'ਚ ਰਹਿੰਦਾ ਆ। ਬਿਲਕੁਲ। ਫੈਮਿਲੀ ਵਾਲਾ ਬੰਦਾ ਡਿਪਰੈਸ਼ਨ ਚੱਲ ਜਾਂਦਾ, ਉੱਥੇ ਕੰਮ ਕਰ ਰਿਹਾ, ਦੋ ਪਰਿਵਾਰਾਂ ਦੀ ਜ਼ਿੰਦਗੀਆਂ ਉਹਦੇ ਹੱਥ ਵਿੱਚ ਹੁੰਦੀਆਂ ਨੇ, ਉਸ ਬੰਦੇ ਦੇ ਉੱਤੇ ਬਲੇਮਿੰਗ ਸ਼ੁਰੂ ਹੋ ਜਾਂਦੀ। ਇਸ ਰਿਸ਼ਤੇ ਦੇ ਵਿੱਚ ਮੈਨੂੰ ਜਿੱਥੇ ਤੱਕ ਲੱਗ ਰਿਹਾ ਇਨਸਿਕਿਉਰਿਟੀ, ਲਵਪ੍ਰੀਤ ਦੇ ਦਿਮਾਗ 'ਚ ਕਿਤੇ ਨਾ ਕਿਤੇ ਇਨਸਿਕਿਉਰਿਟੀ ਸੀ ਵੀ ਮੇਰੀ ਵਾਈਫ ਨੇ ਮੈਨੂੰ ਛੱਡ ਦੇਣਾ। ਠੀਕ ਹੈ ਜੀ। ਉਹ ਕਿਤੇ ਵੀ ਕੋਈ ਕਾਰਨ ਇੱਦਾਂ ਦਾ ਨਹੀਂ ਅਜੇ ਤੱਕ ਮੇਰੇ ਸਾਹਮਣੇ ਨਹੀਂ ਆਇਆ ਜਿਸ ਦੇ ਵਿੱਚ ਕਿਸੇ ਵੀ ਚੈਟ ਦੇ ਵਿੱਚ ਸਾਹਮਣੇ ਆਇਆ ਹੋਵੇ ਵੀ ਬੇਅੰਤ ਕੌਰ ਜਿਹੜੀ ਆ, ਬੇਅੰਤ ਕੌਰ ਲਵਪ੍ਰੀਤ ਨੂੰ ਛੱਡ ਰਹੀ ਸੀ। ਬਿਲਕੁਲ ਜੀ। ਠੀਕ ਹੈ ਜੀ। ਕੱਲ ਇੱਕ ਰਾਤੀ ਚੈਟ ਮੈਂ ਟੀਵੀ ਤੇ ਦੇਖ ਰਿਹਾ ਸੀ, ਚੈਟ ਦੇ ਵਿੱਚ ਉਹਦੇ ਵਿੱਚ ਦਿਖਾਇਆ ਜਾ ਰਿਹਾ ਸੀ ਵੀ ਲਵਪ੍ਰੀਤ ਦੀ ਬੇਅੰਤ ਦੀ ਕੋਈ ਸਹੇਲੀਆਂ ਦੇ ਨਾਲ ਚੈਟ ਹੋ ਰਹੀ ਆ, ਉਹਦੇ ਵਿੱਚ ਵੀ ਬੇਅੰਤ ਦੇ ਬਾਰੇ ਸ਼ੱਕ ਕਰ ਰਿਹਾ, ਕੁੜੀਆਂ ਨੂੰ ਪੁੱਛ ਰਿਹਾ ਆ ਵੀ ਇਹਦਾ ਰਿਲੇਸ਼ਨ ਕਿਸੇ ਨਾਲ ਹੈ ਤਾਂ ਨਹੀਂ। ਉਹ ਕਹਿੰਦਾ ਮੈਨੂੰ ਪਤਾ ਰਿਲੇਸ਼ਨ ਕਿਹਦੇ ਨਾਲ ਆ, ਪਰ ਤੁਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਆ, ਪਰ ਤੁਸੀਂ ਬੇਅੰਤ ਨਾਲ ਗੱਲ ਨਾ ਕਰਿਓ, ਤੁਹਾਨੂੰ ਬੇਅੰਤ ਗਲਤ ਬੋਲੂਗੀ ਜਾਂ ਸਮਥਿੰਗ ਕੁਛ ਵੀ ਗੱਲ ਕਹੂਗੀ। ਕੁੜੀਆਂ ਵੱਲੋਂ ਕਿਤੇ ਵੀ ਇਹ ਗੱਲ ਨਹੀਂ ਕਹੀ ਗਈ ਵੀ ਕੁੜੀ ਬੇਅੰਤ ਕੌਰ ਨੇ ਰਿਲੇਸ਼ਨ ਨੇ, ਕਿਤੇ ਬੇਅੰਤ ਕੌਰ ਗਲਤ ਆ। ਅਸਲ ਦੇ ਵਿੱਚ ਸਾਰੀ ਜਿਹੜੀ ਖਿਚੜੀ ਪੱਕ ਰਹੀ ਸੀਗੀ ਦਿਮਾਗ ਦੇ ਵਿੱਚ, ਇਹ ਲਵਪ੍ਰੀਤ ਦੇ ਦਿਮਾਗ ਦੀ ਸਿਰਫ ਇੱਕ ਉਪਜ ਸੀਗੀ। ਉਸ ਉਪਜ ਨੂੰ ਪੂਰਾ ਕਰਨ ਦੇ ਲਈ ਜਿਹੜੇ ਸਾਡੇ ਸਮਾਜ ਦੇ ਲੋਕ ਸੀ, ਸਾਡੇ ਆਂਢੀ ਗਵਾਂਢੀ ਸੀ, ਉਹਨਾਂ ਨੇ ਉਸ ਅੱਗ ਦੇ ਵਿੱਚ ਤੇਲ ਪਾਉਣਾ ਸ਼ੁਰੂ ਕੀਤਾ। ਠੀਕ ਹੈ ਜੀ। ਉਹਨੂੰ ਹੋਰ ਭਾਂਬੜ ਬਣਾਉਣਾ ਸ਼ੁਰੂ ਕਰਤਾ ਵੀ ਉਹ ਤਾਂ ਗਲਤ ਹੋ ਗਈ, ਉਹ ਤਾਂ ਹੁਣ ਨਹੀਂ ਮੁੜ ਕੇ ਆਉਂਦੀ। ਠੀਕ ਹੈ। ਉਹ ਤਾਂ ਹੁਣ ਤੇਰਾ ਕਿੱਲਾ ਵੀ ਵਿਕਾਊਗੀ, ਤੇਰੇ ਪੈਸੇ ਵੀ ਕਿਆ, ਚਾਚੇ ਦਾ ਰੋਲ ਵੀ ਵਿੱਚ ਆਉਂਦਾ ਹੈ ਨਾ। ਅਸਲ ਦੇ ਵਿੱਚ ਕੀ ਆ, ਇਹਦੇ ਵਿੱਚ ਜੇ ਗੁਨਾਹਗਾਰ ਤੁਸੀਂ ਬੇਅੰਤ ਕੌਰ ਨੂੰ ਮੰਨਦੇ ਹੋ ਨਾ, ਇਹਦੇ ਨਾਲ ਨਾਲ ਬੇਅੰਤ ਕੌਰ ਦੇ ਨਾਲ ਜਿੰਨੇ ਲੋਕਾਂ ਨੇ ਇਹਨੂੰ ਤਾਨੇ ਮਿਲੇ ਮਾਰੇ ਨੇ, ਉਹ ਸਾਰੇ ਹੀ ਗੁਨੇਗਾਰ ਨੇ ਤੇ ਸਾਰਿਆਂ ਦੇ ਉੱਤੇ ਹੀ 306 ਦਾ ਪਰਚਾ ਬਣਦਾ ਜੀ। ਤੇ ਸਰ ਇੱਕ ਆਪਣੇ ਵੀਡੀਓ ਦੇ ਕਮੈਂਟਸ ਦੇ ਵਿੱਚ ਵੀ ਆ ਰਿਹਾ ਹੈ ਕਿ ਵੀ ਲੋਕਡਾਊਨ ਦੇ ਵਿੱਚ ਬੇਅੰਤ ਕੌਰ ਉਸਦੇ ਨਾਲ ਗੱਲ ਨਹੀਂ ਸੀ ਕਰਦੀ। ਇਸ ਗੱਲ ਨੂੰ ਤੁਸੀਂ ਕਿੰਨੀ ਕੁ ਸੱਚਾਈ ਮੰਨਦੇ ਹੋ ਕਿ ਇਸ ਗੱਲ ਦੇ ਵਿੱਚ ਹੈਗੀ ਆ ਵੀ ਉਹ ਗੱਲ ਨਹੀਂ ਸੀ ਕਰਦੀ? ਦੇਖੋ ਜੀ, ਅੱਜ ਤੱਕ ਬੇਅੰਤ ਕੌਰ ਦੇ ਨਾਲ ਆਪਣੀ ਕਦੀ ਵਾਰਤਾਲਾਪ ਨਹੀਂ ਹੋਈ, ਆਪਣੀ ਗੱਲਬਾਤ ਨਹੀਂ ਹੋਈ ਜੀ। ਪਰ ਇਸ ਸਿਲਸਿਲੇ ਨੂੰ ਲੈ ਕੇ ਜਦੋਂ ਮੈਂ ਗੱਲ ਕੀਤੀ ਆ, ਮੈਂ ਉਹਦੇ ਨਾਲ ਗੱਲਬਾਤ ਪੁੱਛੀ ਉਹਨੂੰ ਵੀ ਮੈਨੂੰ ਸਾਰੇ ਤੱਥ ਚਾਹੀਦੇ ਨੇ, ਮੈਨੂੰ ਸਾਰੇ, ਜੇ ਤੁਸੀਂ ਸੱਚੀ ਹੋ ਤਾਂ ਜੀ। ਬਿਲਕੁਲ।
ਮੈਂ ਉਹਨੂੰ ਕਲੀਅਰ ਗੱਲ ਕਹੀ ਹੈ, ਜੇ ਤੁਸੀਂ ਸੱਚੇ ਹੋ ਤਾਂ ਮੈਨੂੰ ਉਹੀ ਸੱਚਾਈ ਚਾਹੀਦੀ ਹੈ ਜੋ ਤੁਸੀਂ ਸੱਚਾਈ ਸਾਬਤ ਕਰ ਰਹੇ ਹੋ। ਬਿਲਕੁਲ ਜੀ, ਠੀਕ ਹੈ ਜੀ। ਕੱਲ ਤੋਂ ਅਸੀਂ ਤੁਹਾਡੇ ਜੇ ਬਾਰੇ ਬੋਲ ਰਹੇ ਹਾਂ ਤਾਂ ਮਤਲਬ ਕੱਲ ਨੂੰ ਅਸੀਂ ਝੂਠੇ ਨਾ ਸਾਬਤ ਹੋਈਏ ਜੀ। ਉਹਨਾਂ ਨੇ ਇੱਕ ਗੱਲ ਕਹੀ ਹੈ ਵੀ ਲੋਕਡਾਊਨ ਦੇ ਵਿੱਚ ਮੇਰੀ ਗੱਲ ਵੀ ਹੁੰਦੀ ਰਹੀ ਹੈ। ਠੀਕ ਹੈ ਜੀ। ਮੇਰੀ ਜ਼ਿਆਦਾਤਰ ਗੱਲ ਕਹਿੰਦੀ ਲਵਪ੍ਰੀਤ ਨਾਲ ਹੀ ਹੋਈ ਆ। ਠੀਕ ਹੈ। ਉਹਦੀ ਫੈਮਿਲੀ ਨਾਲ ਮੇਰੀ ਗੱਲਬਾਤ ਬਹੁਤ ਘੱਟ ਹੁੰਦੀ ਰਹੀ ਆ, ਕਿਉਂਕਿ ਡੈਡੀ ਬਾਹਰ ਕੰਮ ਤੇ ਜਾਂਦੇ ਸੀਗੇ, ਫੋਨ ਨਹੀਂ ਚੱਕਦੇ ਸੀ, ਕਿਤੇ ਨਾ ਕਿਤੇ ਬਾਹਰ ਜਾਂਦੇ, ਬਹੁਤ ਘੱਟ ਫੋਨ ਚੱਕਦੇ ਸੀ। ਜਦੋਂ ਕਿਤੇ ਘਰ ਹੁੰਦੇ ਸੀ ਮੇਰੀ ਉਦੋਂ ਹੀ ਉਹਨਾਂ ਨਾਲ ਗੱਲ ਹੁੰਦੀ ਸੀਗੀ। ਫਿਰ ਬੇਅੰਤ ਦੇ ਲਗਾਤਾਰ ਕਾਲਿੰਗ ਹੁੰਦੀ ਸੀ। ਪਰ ਬੇਅੰਤ ਨੇ ਇੱਕ ਗੱਲ ਹੋਰ ਵੀ ਕਹੀ ਆ ਵੀ ਜਦੋਂ ਲੋਕਡਾਊਨ ਸੀ ਪੰਜਾਬ 'ਚ ਤਾਂ ਲੋਕ ਅਸੀਂ ਇੱਥੇ ਵਾਸੀ ਜਿਹੜੇ ਸੀਗੇ ਵਾਸਤੇ ਸੀਗੇ, ਅਸੀਂ ਘਰਾਂ 'ਚ ਬੈਠੇ ਸੀ, ਪਰ ਕੈਨੇਡਾ ਦੇ ਵਿੱਚ ਉਹਦੇ ਵਾਸਤੇ ਇਕੱਲੀ ਸੀਗੀ। ਇਕੱਲੀ ਵਾਸਤੇ ਕਿਸੇ ਨੇ ਉਹਨੂੰ ਇਹ ਨਹੀਂ ਪੁੱਛਿਆ ਵੀ ਤੂੰ ਹਾਲਾਤਾਂ 'ਚ ਕਿਹੜਾ ਰਹਿ ਰਹੀ ਹੈ, ਕਿਵੇਂ ਆ ਕਿਵੇਂ ਨਹੀਂ। ਅੱਜ ਹਾਲਾਤ ਜਿਹੜੇ ਹੈਗੇ ਅੱਜ ਹੋਰ ਹਿਸਾਬ ਨਾਲ ਹੋ ਗਿਆ ਵੀ ਲਵਪ੍ਰੀਤ ਦੇ ਸਾਰਾ ਪੰਜਾਬ ਸਾਰੀ ਦੁਨੀਆ ਇੱਕ ਪਾਸੇ ਲਵਪ੍ਰੀਤ ਦੇ ਪੱਖ 'ਚ ਖੜ ਜਾਂਦੀ, ਪਰ ਦੂਜਾ ਪੱਖ ਕਿਸੇ ਨੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਜੇ ਕੁੜੀ ਨੇ ਕੁਝ ਗਲਤ ਹੋ ਗਿਆ ਨਾ, ਉਹ ਕੁੜੀ ਨੂੰ ਗਲਤ ਕਰਦੇ ਅਸੀਂ ਇਹ ਵੀ ਭੁੱਲ ਗਏ ਵੀ ਸਾਡੀ ਜਿਹੜੀ ਮਾਂ ਆ ਉਹ ਵੀ ਇੱਕ ਕੁੜੀ ਆ, ਸਾਡੀ ਭੈਣ ਉਹ ਵੀ ਇੱਕ ਕੁੜੀ ਆ, ਜਿਹੜੀ ਸਾਡੀ ਵਾਈਫ ਉਹ ਵੀ ਇੱਕ ਕੁੜੀ ਆ। ਅੱਜ ਅਸੀਂ ਕਿਸੇ ਦੀ ਧੀ ਭੈਣ ਨੂੰ ਨਿੰਦ ਰਹੇ ਹਾਂ, ਕੱਲ੍ਹ ਨੂੰ ਸਾਡੇ ਜਦੋਂ ਸਾਡੇ ਘਰ ਤੱਕ ਗੱਲ ਆਊਗੀ ਉਹ ਕਿਵੇਂ ਜਾਊਗੀ। ਜੀ ਬਿਲਕੁਲ ਜੀ। ਤੇ ਸਰ ਇੱਕ ਜਿਹੜੇ ਲਵਪ੍ਰੀਤ ਦਾ ਜਿਹੜਾ ਵਕੀਲ ਹੈ ਉਹ ਕਹਿੰਦੇ ਨੇ ਵੀ ਉਹਨੇ ਜਿਹੜਾ ਰੀਨਿਊ ਪਾਸਪੋਰਟ ਦੇ ਵਿੱਚ ਵੀ ਬੇਅੰਤ ਕੌਰ ਨੇ ਆਪਣਾ ਸਿੰਗਲ ਕਿਉਂ ਲਿਖਵਾਇਆ। ਓਕੇ, ਦੇਖੋ ਜੀ 2017 ਦੇ ਵਿੱਚ ਬੇਅੰਤ ਕੌਰ ਦਾ ਪਾਸਪੋਰਟ ਬਣਦਾ ਜੀ। ਠੀਕ ਹੈ ਜੀ। 18 ਦੇ ਵਿੱਚ ਬੇਅੰਤ ਕੌਰ ਜਾਂਦੀ ਹੈ ਤੇ 10 ਸਾਲ ਦੀ ਜਿਹੜੀ ਸਾਡੇ ਪਾਸਪੋਰਟ ਦੀ ਮਨਿਆਦ ਹੁੰਦੀ ਹੈ। ਜੀ ਬਿਲਕੁਲ। ਠੀਕ ਹੈ ਜੀ। 10 ਸਾਲ ਦੀ ਮਨਿਆਦ ਹੁੰਦੀ ਹੈ ਤੇ ਲਗਭਗ ਜੇ 3-4 ਸਾਲ ਉਹਦੇ ਪਾਸਪੋਰਟ ਨੂੰ ਹੋਇਆ, ਮਨਿਆਦ ਤਾਂ ਜੇ ਤਾਂ ਹੀ ਖਤਮ ਹੋਗੀ ਤਾਂ ਬੰਦਾ ਲਿਖਾਊਗਾ ਨਾ। ਬਿਲਕੁਲ ਜੀ। ਰਿਨਿਊ ਹੋਊਗਾ ਤਾਂ ਹੀ ਉਹਦੇ ਵਿੱਚ ਅਸੀਂ ਨਵੇਂ ਡਾਕੂਮੈਂਟੇਸ਼ਨ ਐਡ ਕਰਾਂਗੇ। ਅਗਲਾ ਕਹਿੰਦਾ ਛੱਡੋ ਚੱਲਣ ਦਿਓ, ਬਾਕੀ ਤਾਂ ਜਿੱਥੇ ਉਹਨਾਂ ਨੇ ਇਹ ਚੀਜ਼ ਕਰਤੀ ਸੀ ਵੀ ਉੱਥੇ ਸਾਰੇ ਜੋ ਡਾਕੂਮੈਂਟੇਸ਼ਨ ਤੇ ਉਹਨੇ ਆਪਣਾ ਮੈਰਿਟ ਸ਼ੋਅ ਕਰਤਾ ਸੀ। ਹੁਣ ਉਹਨੂੰ ਇਹ ਥੋੜੀ ਪਤਾ ਸੀਗਾ ਵੀ ਇੱਥੇ ਆਹ ਕੁਝ ਹੋ ਜਾਣਾ ਹੈ। ਜਿੱਦਣ ਉਹਦੀ ਮੌਤ ਹੁੰਦੀ ਆ ਉਸ ਤੋਂ ਮੌਤ ਤੋਂ ਲਗਭਗ ਉਹਨਾਂ ਨੇ ਜਿਹੜੀ ਬੇਅੰਤ ਕੌਰ ਨੇ ਵੀ ਗੱਲ ਕਹੀ ਆ ਵੀ ਮੈਂ ਡਾਕੂਮੈਂਟ ਵੀ ਭੇਜਣ ਲਈ ਤਿਆਰ ਕੀਤੇ ਹੋਏ ਸੀਗੇ ਜਿਹੜੇ ਮੈਂ ਵੀਰਵਾਰ ਨੂੰ ਭੇਜਣੇ ਸੀ, ਕਿਉਂਕਿ ਵੀਰਵਾਰ ਨੂੰ ਮੈਨੂੰ ਵਰਕ ਪਰਮਿਟ ਦਾ ਜਿਹੜਾ ਮੇਰੀ ਜੌਬ ਦਾ ਕੋਈ ਲੈਟਰ ਮਿਲਣਾ ਸੀ। ਉਹ ਲੈਟਰ ਅਸੀਂ ਭੇਜ ਕੇ ਅਸੀਂ ਇਹਨਾਂ ਨੂੰ ਸੰਗਰੂਰ ਇਹਨਾਂ ਨੂੰ ਜਾਣਾ ਸੀ ਕਿਸੇ ਜਿਹੜਾ ਉਹਨਾਂ ਦਾ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਆ ਉਹਦੇ ਕੋਲ ਜਾ ਕੇ ਇਹਨਾਂ ਨੂੰ ਫਾਈਲ ਆਪਣੀ ਲਾਉਣੀ ਸੀ। ਬਿਲਕੁਲ। ਤੇ ਇੱਕ ਸਰ ਮਤਲਬ ਕਿ ਲੋਕ ਇਹ ਵੀ ਕਹਿ ਰਹੇ ਨੇ ਕਿ ਬੇਅੰਤ ਦੇ ਮਤਲਬ ਕਿ ਸੰਸਕਾਰ ਤੇ ਕਿਉਂ ਨਹੀਂ ਆਈ, ਮਤਲਬ ਕਿ ਉਹਦੇ ਭੋਗ ਤੇ ਵੀ ਨਹੀਂ ਆਈ, ਜਦ ਕਿ ਉਹਦੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਵੀ ਕੁਝ ਇਦਾਂ ਦੇ ਲੋਕ ਸੀਗੇ ਉਹ ਨਹੀਂ ਮੌਕੇ ਤੇ ਪਹੁੰਚੇ ਸੀ। ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਦੇਖੋ ਜੀ ਇਹ ਸਵਾਲ ਲੋਕਾਂ ਦੇ ਨੇ ਵੀ ਬੇਅੰਤ ਕੌਰ ਨੂੰ ਆਉਣਾ ਚਾਹੀਦਾ ਸੀ ਜੀ। ਠੀਕ ਹੈ ਜੀ। ਬੇਅੰਤ ਕੌਰ ਨੂੰ ਅੱਜ ਪੰਜਾਬ ਦੇ ਵਿੱਚ ਜੇ ਅਸੀਂ ਕੈਨੇਡਾ ਨੂੰ ਮੂਵ ਔਨ ਕਰਨਾ ਹੈ, ਕੈਨੇਡਾ ਜਾਣਾ ਤੇ ਸਾਨੂੰ ਵੈਕਸੀਨੇਸ਼ਨ ਪ੍ਰੋਪਰ ਲਵਾਉਣੀ ਪੈਂਦੀ ਹੈ ਜੀ। ਠੀਕ ਹੈ ਜੀ। ਕਿਉਂਕਿ ਬੇਅੰਤ ਕੌਰ ਨੂੰ ਇਹ ਥੋੜੀ ਪਤਾ ਸੀਗਾ ਵੀ ਇਹ ਕੀ ਹੋਣ ਵਾਲਾ ਮੇਰੀ ਲਾਈਫ ਦੇ ਵਿੱਚ, ਇਹ ਚੀਜ਼ ਹੋ ਜਾਣੀ ਹੈ ਹਨਾ। ਅਸਲ 'ਚ ਕੀ ਗੱਲ ਹੁੰਦੀ ਆ ਵੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਵੀ ਹਾਂ ਵੀ ਕੁੜੀ ਨੂੰ ਆ ਜਾਣਾ ਚਾਹੀਦਾ, ਕੁੜੀ ਆਉਂਦੀ, ਕੁੜੀ ਦੇ ਕੋਲ ਵਰਕ ਪਰਮਿਟ ਸੀ ਜੀ, ਪਰ ਕੁੜੀ ਦੇ ਕੋਲ ਪ੍ਰਾਪਤ ਵੀਜ਼ਾ ਨਹੀਂ ਸੀ ਇੰਡੀਆ 'ਚ ਆਉਣ ਲਈ। ਉਹਦੇ ਫਿੰਗਰ ਜਿਹੜੇ ਹੋਣੇ ਸੀਗੇ, ਜੋ ਉਹਨਾਂ ਨੇ ਬੇਅੰਤ ਕੌਰ ਨੇ ਮੈਨੂੰ ਦੱਸੀ ਗੱਲ ਵੀ ਮੇਰੇ ਫਿੰਗਰ ਹੋਣੇ ਸੀਗੇ, ਫਿੰਗਰ ਉੱਥੇ ਹਜੇ ਬੰਦ ਸੀਗੇ ਤੇ ਉਸ ਟਾਈਮ ਦਾ ਮੈਂ ਫਿੰਗਰ ਨਹੀਂ ਕਰਵਾ ਸਕਦੀ ਸੀ, ਬਟ ਮੈਂ ਫੇਰ ਵੀ ਕੋਸ਼ਿਸ਼ ਕੀਤੀ ਇੰਡੀਆ ਜਾਣ ਦੀ ਵੀ ਮੈਂ ਗੱਲ ਕਰਾਂ। ਪਰ ਇੱਕ ਹੋਰ ਵੀ ਗੱਲ ਸਵਾਲਾਂ ਦੇ ਘੇਰੇ 'ਚ ਆਉਂਦੀ ਆ ਵੀ ਉਹ ਇੰਡੀਆ ਤੇ ਆਉਣ ਤੋਂ ਪਹਿਲਾਂ ਜਦੋਂ ਬੇਅੰਤ ਕੌਰ ਦੀ ਫੈਮਿਲੀ ਜਿਹੜੀ ਲਵਪ੍ਰੀਤ ਦੀ ਫੈਮਿਲੀ ਆ, ਉਹਨੇ ਕਿਸੇ ਨੇ ਵੀ ਬੇਅੰਤ ਕੌਰ ਨੂੰ ਫੋਨ ਨਹੀਂ ਕੀਤਾ। ਬਿਲਕੁਲ ਜੀ। ਠੀਕ ਹੈ। ਇਹ ਕਹਿ ਰਹੇ ਇਹਦੇ ਫਾਦਰ ਚਾਚੇ ਦਾ ਬਿਆਨ ਆਉਂਦਾ ਵੀ ਸਾਡੇ ਘਰ 70 ਵਿਸ਼ੇ ਹੋਏ ਸੀ, ਅਸੀਂ ਕਿਸੇ ਨੂੰ ਫੋਨ ਕਿਵੇਂ ਕਰ ਦਈਏ। ਜਿਹਦੇ ਘਰ 'ਚ ਵੀ ਮੌਤ ਹੁੰਦੀ ਆ, ਹਰੇਕ ਘਰ 'ਚ ਇੱਕ ਨਾ ਇੱਕ ਸਿਆਣਾ ਬੰਦਾ ਇੱਦਾਂ ਦਾ ਹੁੰਦਾ ਆ ਜਿਹੜਾ ਪੂਰੇ ਘਰ ਨੂੰ ਸੰਭਾਲਦਾ ਆ, ਜਿਹੜਾ ਕਹਿੰਦਾ ਵੀ ਅਸੀਂ ਕਿਹੜੇ ਕਾਰ ਵਿਹਾਰ ਕਿਵੇਂ ਕਰਨੇ ਆ। ਉਹ ਹਰੇਕ ਬੰਦਾ ਫੋਨ ਕਰਕੇ, ਅਸੀਂ ਇੱਕ ਲਾਗੀ ਪਿੰਡ ਦਾ ਹੁੰਦਾ ਉਹਨੂੰ ਅਸੀਂ ਹਰੇਕ ਨੂੰ ਕਹੀਦਾ ਵੀ ਸਾਰਿਆਂ ਨੂੰ ਫੋਨ ਕਰਦੇ ਵੀ ਦੱਸ ਦਿਆ ਮੌਤ ਹੋ ਗਈ ਆ। ਪਰ ਇਹ ਕੁੜੀ ਨੂੰ ਕੁੜੀ ਦੇ ਚਾਚੇ ਨੇ ਦੱਸਿਆ, ਕੁੜੀ ਨੂੰ ਕੁੜੀ ਦੇ ਚਾਚੇ ਨੇ ਦੱਸਿਆ, ਨਾ ਕਿ ਮੁੰਡੇ ਦੇ ਚਾਚੇ ਨੇ, ਕਿਉਂਕਿ ਉਹ ਫੈਮਿਲੀ ਨੇ ਕਾਲ ਹੀ ਨਹੀਂ ਕੀਤੀ। ਠੀਕ ਹੈ ਜੀ। ਕੁੜੀ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਲਵਪ੍ਰੀਤ ਨੂੰ ਸੰਸਕਾਰ ਕਰਨ ਵਾਸਤੇ ਲੈ ਜਾਂਦੇ। ਹੁਣ ਇੰਨੇ ਟਾਈਮ ਦੇ ਵਿੱਚ, ਸ਼ਾਰਟ ਟਾਈਮ ਦੇ ਵਿੱਚ ਕਿਵੇਂ ਉਹ ਕਰ ਦਿੰਦੇ, ਜਾਂ ਤਾਂ ਲਵਪ੍ਰੀਤ ਦਾ ਫਾਦਰ ਜਿਹੜਾ ਸੀ ਉਹ ਬੇਅੰਤ ਨੂੰ ਫੋਨ ਕਰਦਾ ਵੀ ਬੇਅੰਤ ਤੂੰ ਇੰਡੀਆ ਆ ਰਹੀ ਹੈ, ਆਪਣੇ ਨਾਲ ਐਡਾ ਵੱਡਾ ਕਹਿਰ ਹੋ ਗਿਆ, ਕਿਉਂਕਿ ਕੁੜੀ ਦੀ ਚੈਟ 3-4 ਦਿਨ ਬਾਅਦ ਪਤਾ ਲੱਗੀ। ਬਿਲਕੁਲ ਜੀ। ਠੀਕ ਹੈ। ਕੁੜੀ ਦੀ ਚੈਟ ਜਿਹੜੀ ਆ, ਜਿਹੜੀ ਚੈਟ 3-4 ਦਿਨ ਬਾਅਦ ਆਉਂਦੀ ਆ, ਪਰ ਇਹਨਾਂ ਦੀ ਅਸਲ ਦੇ ਵਿੱਚ ਮੈਨੂੰ ਲੱਗ ਰਿਹਾ ਸੀ ਵੀ ਉਹ ਜਦੋਂ ਮੌਤ ਹੁੰਦੀ ਆ ਦਵਾ ਦਵਾ ਚੱਕਣ ਦੀ ਕੋਸ਼ਿਸ਼ ਕਿਉਂ ਕੀਤੀ। ਕਿਤੇ ਨਾ ਕਿਤੇ ਮੌਤ ਦੇ 2 ਕਾਰਨ ਵੀ ਨੇ। ਮੈਨੂੰ ਨਹੀਂ ਲੱਗਦਾ ਵੀ ਸੁਸਾਈਡ ਆ। ਠੀਕ ਹੈ। ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਸੁਸਾਈਡ ਮੈਨੂੰ ਨਹੀਂ ਲੱਗ ਰਿਹਾ। ਤੇ ਇੱਕ ਹੋਰ ਵੀ ਪੁਸ਼ਟੀ ਕਰਤੀ ਉਹਨਾਂ ਨੇ, ਵਕੀਲ ਨੇ ਵੀ ਇੱਕ ਗੱਲ ਕਹਿਤੀ ਹੈ, ਜੇਕਰ ਉਹਨੇ ਡਰੱਗ ਵੀ ਲਈ ਹੋਈ ਜੀ, ਆਪਾਂ ਇੱਕ ਦਿਨ ਗੱਲ ਕੀਤੀ ਸੀਗੀ ਵੀ ਮੌਤ ਦੇ ਕੁਝ ਹੋਰ ਕਾਰਨ ਨੇ, ਲਵਪ੍ਰੀਤ ਦੇ ਵਕੀਲ ਨੇ ਵੀ ਇੰਨੀ ਗੱਲ ਕਹਿਤੀ ਹੈ ਜੇ ਉਹਨੇ ਡਰੱਗ ਵੀ ਲਈ ਹੋਈ ਪਰ ਡਰੱਗ ਲਈ ਤਾਂ ਕੁੜੀ ਦੇ ਕਾਰਨ ਨਾ ਜੀ। ਹੁਣ ਕੁੜੀ ਕਿਸੇ ਨੂੰ ਕਹਿ ਕੇ ਥੋੜੀ ਉਹਦੀ ਡਰੱਗ ਲੈ ਲਓ ਵੀ ਤੂੰ ਸਹੀ ਗੱਲ ਵੀ ਤੂੰ ਨਸ਼ਾ ਕਰ ਲੈ, ਵੀ ਤੂੰ ਨਸ਼ਾ ਕਰ ਲੈ, ਤੂੰ ਸੁਸਾਈਡ ਕਰ ਲੈ, ਤੂੰ ਆਹ ਕੁਝ ਕਰ ਲੈ। ਅਸਲ ਦੇ ਵਿੱਚ ਕੀ ਗੱਲ ਸੀਗੀ, ਅਸਲ 'ਚ ਸਿਰਫ ਲਵਪ੍ਰੀਤ ਦੀ ਫੈਮਿਲੀ ਨੇ ਸਿਰਫ ਉਹ ਚਾਚੇ ਦੀ ਜਾਂ ਚਾਚਾ ਜਾਂ ਹੋਰ ਸਿਆਣੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਹੋਈ, ਕਹਿੰਦੇ ਹੋਣੇ ਵੀ ਆਪਾਂ ਹੁਣ ਜਾਂਦੇ ਹੋਰ ਕੁਝ ਨਹੀਂ, ਜਾਂਦੇ ਚੋਰੀ ਲਗੋਟੀ ਸੀ ਜੀ ਹਨਾ। ਸੋਣ ਮਿਲਣਾ ਤਾਂ ਕੁਝ ਹੈ ਨਹੀਂ ਵੀ ਜੇ ਮੁੰਡਿਆਂ ਨੂੰ ਅਸੀਂ ਨੈਚੁਰਲ ਸਾਬਤ ਹੋ ਗਈ ਜਾਂ ਮੁੰਡੇ ਨੂੰ ਡਰੱਗ ਦੇ ਨਾਲ ਮੌਤ ਹੋ ਗਈ ਤਾਂ ਅਸੀਂ ਕੁੜੀ ਦੇ ਨੂੰ ਬਲੇਮਿੰਗ ਨਹੀਂ ਕਰ ਸਕਦੇ। 25 ਤਰੀਕ ਨੂੰ ਕੁੜੀ ਦੀ ਇੱਕ ਫੋਟੋ ਵਾਇਰਲ ਕਰ ਦਿੱਤੀ ਜਾਂਦੀ ਆ। 25 ਤਰੀਕ ਨੂੰ ਜਿਹੜਾ ਬੇਅੰਤ ਕੌਰ ਦਾ
ਵਿਚੋਲਾ ਸੀ ਉਹਦੇ ਮੁੰਡਿਆਂ ਵੱਲੋਂ ਫੋਟੋ ਵਾਇਰਲ ਕਰ ਦਿੱਤੀ ਜਾਂਦੀ ਜੀ। ਉਹਦੀ ਫੈਮਿਲੀ ਨੂੰ ਪੁੱਛਿਆ ਜਾਂਦਾ ਆ, ਕੁੜੀ ਦੇ ਫੈਮਿਲੀ ਮੁੰਡੇ ਦੇ ਘਰ ਜਾਂਦੀ ਆ ਵੀ ਤੁਸੀਂ ਇਹ ਗੱਲ ਸਾਨੂੰ ਦੱਸ ਦਿੰਦੇ, ਜੇ ਕੋਈ ਇਦਾਂ ਦੀ ਗੱਲ ਸੀ ਅਸੀਂ ਗੱਲ ਬਹਿ ਕੇ ਕਰ ਲੈਂਦੇ। ਉੱਥੇ ਵੀ ਉਹਨਾਂ ਨੇ ਕੋਈ ਗੱਲ ਕਲੀਅਰ ਨਹੀਂ ਕੀਤੀ। ਤੇ ਇਹ ਚਾਚਾ ਬੋਲਦਾ ਨਾ ਵੀ ਉਹ 33 ਲੱਖ ਦੇਣ ਨੂੰ ਰੈਡੀ ਸੀ, 35 ਲੱਖ ਦੇਣ ਨੂੰ ਰੈਡੀ ਸੀ, ਇਦਾਂ ਦੀ ਕੋਈ ਗੱਲ ਹੋਈ ਨਹੀਂ ਜੀ। ਤੇ ਸਰ ਇੱਕ ਜਿਹੜੀ ਮਤਲਬ ਕਿ ਲਵਪ੍ਰੀਤ ਦੀ ਜਿਸ ਨਾਲ ਫੋਟੋ ਵਾਇਰਲ ਹੋਈ ਹੈ ਰਬਦੀਪ ਨਾਲ, ਉਹ ਜਿਹੜੇ ਆਪਣੇ ਕਮੈਂਟਸ ਦੇ ਵਿੱਚ ਵੀ ਲੋਕ ਪੁੱਛ ਰਹੇ ਨੇ ਵੀ ਉਹ ਕੌਣ ਹੈ, ਵੀ ਉਹ ਜਾਣਨਾ ਚਾਹੁੰਦੇ ਨੇ ਵੀ ਉਹ ਹੈ ਕੌਣ ਹੈ, ਇਸ ਦੇ ਬਾਰੇ ਤੁਸੀਂ ਕੀ ਕਹੋਗੇ? ਹਾਂ ਦੇਖੋ ਜੀ, ਐਕਚੁਅਲੀ ਗੱਲ ਮੇਨ ਇਹ ਚੀਜ਼ ਆ ਵੀ ਜੇ ਅੱਜ ਅਸੀਂ ਇੱਥੇ ਕੁਝ ਵੀ ਬੋਲਦੇ ਹਾਂ ਉਹਨਾਂ ਨੇ 100 ਕਿਆਸੇ ਲਾ ਦੇਣੇ ਨੇ ਜੀ। ਮੁੰਡੇ ਨਾਲ ਗਲਤ ਆ, ਮੁੰਡੇ ਨਾਲ ਗਲਤ ਆ ਬਿਲਕੁਲ। ਜੇ ਮੰਨ ਲਓ ਹੁਣ ਇੱਕ ਕੱਲ ਮੈਨੂੰ ਕਾਲ ਆਉਂਦੀ ਆ, ਕਹਿੰਦੇ ਤੁਸੀਂ ਸਾਨੂੰ ਇੱਕ ਗੱਲ ਕਲੀਅਰ ਦੱਸ ਦਿਓ ਵੀ ਰਬਦੀਪ ਕੌਣ ਸੀ। ਮੈਂ ਕਿਹਾ ਜੀ ਜੇ ਬੇਅੰਤ ਕੌਰ ਤੁਹਾਨੂੰ ਦੱਸ ਦਿੰਦੀ ਆ ਵੀ ਰਬਦੀਪ ਮੇਰਾ ਕਜ਼ਨ ਬ੍ਰਦਰ ਸੀ, ਤੁਸੀਂ ਮੰਨ ਜਾਓਗੇ? ਬਿਲਕੁਲ ਨਹੀਂ। ਕਹਿੰਦਾ ਨਹੀਂ ਮੰਨਾਂਗੇ। ਮੈਂ ਕਿਹਾ ਜੇ ਉਹ ਦੱਸ ਦਿੰਦੀ ਆ ਵੀ ਮੁੰਡਾ ਮੇਰਾ ਬॉयਫ੍ਰੈਂਡ ਆ ਫਿਰ ਮੰਨ ਜੂਗੇ? ਕਹਿੰਦੇ ਫਿਰ ਮੰਨ ਜਾਾਂਗੇ। ਬਿਲਕੁਲ। ਅਸਲ ਲੋਕਾਂ ਨੇ ਮਾਈਂਡ ਬਣਾ ਲਿਆ ਵੀ ਕੁੜੀ ਦਾ ਬॉयਫ੍ਰੈਂਡ ਸੀ ਸਭ ਕੁਝ ਆ। ਇੱਥੋਂ ਤੱਕ ਕਿ ਕੁੜੀ ਦੀ ਜਿਹੜੀ ਉਹ 2 ਸਾਲ ਦੀ ਗੱਲ ਕਿਤੇ ਨਹੀਂ ਹੋਈ ਉਹਦੇ ਨਾਲ। ਇੱਕ ਵੀ ਮੈਨੂੰ ਚੈਟ ਦਿਖਾ ਦੇਣੇ, ਇੱਕ ਵੀ ਵੀਡੀਓ ਕਾਲ ਦਿਖਾ ਦੇਣੇ, ਇੱਕ ਵੀ ਮੈਨੂੰ ਆਡੀਓ ਦਿਖਾ ਦੇਣੇ। ਕਿ ਸਮੈਸਟਰ ਦੇ ਵਿੱਚ ਆਪਣੇ ਫਰੈਂਡਸ ਸਮੈਸਟਰ ਦੇ ਵਿੱਚ ਸੀਗੇ। ਸਮੈਸਟਰ 'ਚ ਜਦੋਂ ਉਹ ਮਤਲਬ ਸਮੈਸਟਰ ਖਤਮ ਹੋਇਆ ਸੀ ਉਸ ਟਾਈਮ ਦੀ ਇੱਕ ਫੋਟੋ ਖਿਚਾਈ ਹੋਈ ਸੀਗੀ ਜਿਹੜੀ ਇਹ ਲੋਕਾਂ ਨੇ ਇੱਕ ਬਹੁਤ ਵੱਡੇ ਬਵਾਲ ਨੂੰ ਜਨਮ ਦਿੱਤਾ, ਕਿਉਂਕਿ ਉਹਦੇ ਵਿੱਚ ਰਿਸ਼ਤਾ ਉਹਦਾ ਕੋਈ ਨਹੀਂ ਸੀ। ਕਿਉਂਕਿ ਅੱਜ ਕੱਲ੍ਹ ਸਰ ਟੈਕਨੀਕਲ ਜ਼ਮਾਨਾ ਹੈ ਨਾ, ਵੀ ਫੋਟੋ ਨੂੰ ਐਡਿਟ ਕਰਕੇ ਕੋਈ ਵੀਡੀਓ ਵੀ ਹੋਵੇ ਉਹ ਵੀ ਐਡਿਟ ਕਰਕੇ ਵੀ ਪਾ ਸਕਦੇ ਨੇ, ਕਿਉਂਕਿ ਜਿਹੜਾ ਝੂਠ ਹੁੰਦਾ ਉਹਨੂੰ ਸੱਚ ਦਿਖਾਇਆ ਜਾਂਦਾ ਤੇ ਸੱਚ ਨੂੰ ਝੂਠ ਦਿਖਾ ਦਿੰਦੇ। ਬਹੁਤ ਸੰਭਾਵਨਾਵਾਂ ਨੇ, ਬਹੁਤ ਸੰਭਾਵਨਾਵਾਂ ਬਣਦੀਆਂ ਨੇ ਵੀ ਕਿਹੜੀ ਚੀਜ਼ ਕਿਵੇਂ ਕੀਤੀ ਜਾ ਸਕਦੀ ਹੈ। ਹਮੇਸ਼ਾ ਤੇ ਹਮੇਸ਼ਾ ਇੱਕੋ ਚੀਜ਼ ਨੂੰ ਨਹੀਂ ਅਸੀਂ ਇੱਕ ਪੱਖ ਨੂੰ, ਅੱਜ ਸਾਰਾ ਮੀਡੀਆ ਸਾਰੇ ਲੋਕ ਇੱਕ ਪਾਸੇ ਕਿਉਂ ਖੜੇ ਨੇ, ਕਿਉਂਕਿ ਸਾਰਿਆਂ ਨੇ ਇੱਕ ਹੀ ਚੀਜ਼ ਦਿਖਾਈ ਆ, ਝੂਠ ਝੂਠ ਝੂਠ। ਤੇ ਬੇਅੰਤ ਕੌਰ ਝੂਠੀ ਆ, ਬੇਅੰਤ ਕੌਰ ਝੂਠੀ ਆ, ਬੇਅੰਤ ਕੌਰ ਗਲਤ ਆ, ਬੇਅੰਤ ਕੌਰ ਦਾ ਕਰੈਕਟਰ ਗਲਤ ਆ। ਅੱਜ ਤੱਕ ਬੇਅੰਤ ਕੌਰ ਦੇ ਪੱਖ ਦੀ ਕੋਈ ਗੱਲ ਹੀ ਨਹੀਂ ਕੀਤੀ। ਜੀ ਸਰ, ਇੱਕ ਗੱਲ ਹੋਰ ਕਿ ਲੋਕੀ ਕਹਿੰਦੇ ਨੇ ਕਿ ਉਹਨੂੰ ਐਮਰਜੈਂਸੀ ਟਿਕਟ ਲੈ ਲੈਣੀ ਚਾਹੀਦੀ ਸੀ, ਜਾਨੀ ਕਿ 2 ਸਾਲ ਦੇ ਵਿੱਚ ਇੰਨੀ ਬੇਅੰਤ ਕੌਰ ਕੋਲ ਇਨਕਮ ਕਿੱਥੋਂ ਆਏਗੀ, ਕਿਉਂਕਿ ਵਿੱਚ ਤੇ 1 ਸਾਲ ਤਾਂ ਪੂਰਾ ਆਪਣਾ ਲੋਕਡਾਊਨ ਰਿਹਾ ਸੀਗਾ। ਤੁਸੀਂ ਇਸ ਗੱਲ ਨੂੰ ਕਿੰਨਾ ਕੁ ਸੱਚ ਮੰਨਦੇ ਹੋ ਕਿ ਐਮਰਜੈਂਸੀ ਆਪਾਂ ਟਿਕਟ ਕਰਵਾ ਸਕਦੇ ਸੀ? ਦੇਖੋ ਜੀ, ਮੇਨ ਚੀਜ਼ ਗੱਲ ਆ, ਲਵਪ੍ਰੀਤ ਦੀ ਫੈਮਿਲੀ ਨੇ ਵੀ ਗੱਲ ਕਹੀ ਸੀ ਵੀ ਜਦੋਂ ਵਿਆਹ ਹੋਇਆ ਸੀ ਉਦੋਂ ਕੁੜੀ ਨੂੰ ਅਸੀਂ 600 ਸਮਥਿੰਗ $670 ਅਸੀਂ ਬਾਹਰਲੀ ਟਿਕਟ ਮੰਗਵਾਉਣ ਲਈ ਭੇਜੇ ਆ। ਉਹ ਟਿਕਟ ਡਬਲ ਟਿਕਟ ਸੀ ਜੀ, ਉਹ ਰਿਟਰਨ ਟਿਕਟ ਸੀ। ਟਿਕਟ ਦੀ ਟੋਟਲ ਸ਼ਾਇਦ ਕਾਸਟ ਮੈਨੂੰ ਲੱਗਦਾ $1600-1700 ਸੀ। ਬਾਕੀ ਪੈਸੇ ਕਿੰਨੇ ਪਾਏ ਸੀ? ਬੇਅੰਤ ਕੌਰ ਨੇ ਪਾਏ ਸੀ ਨਾ। ਬਿਲਕੁਲ। ਹੁਣ ਲੋਕ ਕਹਿੰਦੇ ਨੇ ਵੀ ਜੇ ਕੁੜੀ ਬਾਹਰੋਂ ਆਈ ਆ ਤੇ ਮੁੰਡੇ ਲਈ ਗਿਫਟ ਲੈ ਕੇ ਆਵੇ। ਠੀਕ ਆ, 21 ਸਾਲ ਦੀ ਕੁੜੀ ਅੱਜ ਦੇ ਟਾਈਮ ਦਾ ਵਿੱਚ 21 ਸਾਲਾਂ ਦੇ ਬੱਚੇ ਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਮੈਂ ਘਰੋਂ ਬਾਹਰ ਨਿਕਲ ਕੇ ਜਾਣਾ, ਮੈਂ ਖੰਡ ਕੀ ਰੇਟ ਆ, ਫਲਾਨਾ ਕੀ ਰੇਟ ਆ, ਕਿਸ ਤਰੀਕੇ ਨਾਲ ਕੀ ਹੈ, ਕੈਨੇਡਾ ਕੁੜੀ ਚਲ ਗਈ। ਠੀਕ ਆ, ਅਸੀਂ ਭਿਜਵਾਤਾ, ਪਰ ਅਸੀਂ ਆਪਣੇ ਮਨ ਦੇ ਵਿੱਚ ਅਸੀਂ ਨਾ ਕਦੀ ਵਿਸ਼ਵਾਸ ਨਹੀਂ ਰੱਖਿਆ। ਅਸੀਂ ਆਪਣੀ ਵਾਈਫ ਲਈ, ਆਪਣੀ ਫੈਮਿਲੀ ਲਈ ਇਹਦੀ ਵਿਸ਼ਵਾਸ ਰੱਖਿਆ ਨਹੀਂ ਵੀ ਸਾਡੀ ਵਾਈਫ ਵੀ ਸਹੀ ਆ ਯਾਰ, ਸਾਡੀ ਵਾਈਫ ਗਲਤ ਨਹੀਂ ਹੋ ਸਕਦੀ। ਹਮੇਸ਼ਾ ਤੇ ਹਮੇਸ਼ਾ ਇੱਕੋ ਚੀਜ਼ ਦਿਖਾਈ ਜਾਂਦੀ ਆ ਵੀ ਨਹੀਂ, ਕੋਈ ਹੋ ਸਕਦਾ ਕੁੜੀ ਗਲਤ ਹੋ ਜਾਏ, ਹੋ ਸਕਦਾ ਕੁੜੀ ਗਲਤ ਹੋ ਜਾਏ। ਹੁਣ ਇਸ ਚੀਜ਼ ਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਬੇਅੰਤ ਤੇ ਲਵਪ੍ਰੀਤ ਦੇ ਕੇਸ ਦੇ ਵਿੱਚ ਜਿਹੜੀਆਂ ਕੁੜੀਆਂ ਦੇ ਦਿਮਾਗ 'ਚ ਇਹ ਚੀਜ਼ ਚੱਲਦੀ ਸੀ ਵੀ ਚੀਟ ਕਰਨਾ ਹੈ ਜੀ, ਠੀਕ ਹੈ, ਉਹ ਗੱਲ ਤਾਂ ਕਾਟਾ ਵਾਚੂ ਜੂ ਵੀ ਕੁੜੀ ਚੀਟ ਨਹੀਂ ਕਰਦੀਆਂ। ਬਿਲਕੁਲ। ਮੁੰਡੇ ਜਿਹੜੇ ਆ, ਮੁੰਡਿਆਂ ਨੂੰ ਇਸ ਟਾਈਮ ਹੱਲਾਸ਼ੇਰੀ ਮਿਲ ਰਹੀ ਆ ਵੀ ਕਿਉਂਕਿ ਜਿਹੜੇ ਮੁੰਡਿਆਂ ਨੇ ਪਹਿਲਾਂ ਚੀਟ ਕੀਤਾ ਹੋਇਆ ਉਹਨਾਂ ਦਾ ਕੋਈ ਐਕਸ਼ਨ ਨਹੀਂ ਆ। ਜੀ ਜੀ, ਠੀਕ ਹੈ ਜੀ, ਉਹਨਾਂ ਨੂੰ ਕੋਈ ਦਿੱਕਤ ਨਹੀਂ, ਕਿਉਂਕਿ ਕੋਈ ਕਿਸੇ ਨੇ ਐਕਸ਼ਨ ਲੈਣਾ ਨਹੀਂ ਨਾ। ਇੱਥੇ ਜਿਹੜਾ ਵੀ ਅਸੀਂ ਗੱਲ ਕਰੀਏ, ਕੋਈ ਐਸਸੀ ਕਮਿਸ਼ਨ ਲਾ ਲਓ ਜਾਂ ਕਿਸੇ ਵੀ ਕਮਿਸ਼ਨ ਦੀ ਲਾ ਲਓ, ਉਹਨਾਂ ਨੇ ਮੁੰਡਿਆਂ ਦੇ ਬਾਰੇ ਗੱਲ ਜਿਹੜੇ ਹੈਗੇ ਆ, ਮੁੰਡਿਆਂ ਦੇ ਹੱਕ 'ਚ ਗੱਲ ਕਰ ਰਹੇ, ਕੁੜੀਆਂ ਦੇ ਹੱਕ 'ਚ ਕੋਈ ਗੱਲ ਨਹੀਂ ਕਰ ਰਿਹਾ। ਤਾਂ ਹੁਣ ਇੱਕ ਕੇਸ ਹੋਰ ਆਪਣੇ ਕੋਲ ਇੱਥੇ ਆਇਆ, ਸ਼ਾਹਕੋਟ ਏਰੀਆ ਦਾ ਕੇਸ ਹੈ ਜੀ। ਉਹਦੇ ਵਿੱਚ ਕੀ ਆ, ਮੁੰਡੇ ਨੂੰ ਕੁੜੀ ਨੇ 4 ਵਾਰੀ ਉਹਦਾ ਵੀਜ਼ਾ ਅਪਲਾਈ ਕੀਤਾ ਜੀ, 4 ਦੇ 4 ਵਾਰੀ ਵੀਜ਼ਾ ਰਿਜੈਕਟ ਹੋ ਗਿਆ। ਠੀਕ ਹੈ ਜੀ। ਹੁਣ ਸਮਝੋ, ਮੁੰਡਾ ਜੱਟਾਂ ਦਾ ਜੀ, ਕੁੜੀ ਸੈਕੰਡ ਕਾਸਟ ਦੀ ਹੈ, ਵਿਆਹ ਕਰਾ ਲਿਆ, ਵਿਆਹ ਕਰਾ ਕੇ ਅਸੀਂ ਮੁੰਡਾ ਬਾਹਰ ਚਲ ਜੂ, 4 ਵਾਰੀ ਰਿਜੈਕਟ ਫਾਈਲ ਹੋਣ ਤੋਂ ਬਾਅਦ ਦੇ ਵਿੱਚ ਮੁੰਡਾ ਉਹਨੂੰ ਕੁੜੀ ਨੂੰ ਧਮਕੀਆਂ ਦਿੰਦਾ ਵੀ ਤੇਰੇ ਪਰਿਵਾਰ ਨੂੰ ਮੈਂ ਮਾਰ ਦੂੰ, ਤੇਰੇ ਪਰਿਵਾਰ ਨੂੰ ਮੈਂ ਆਹ ਕਰ ਦੂੰ ਜੇ ਤੂੰ ਮੇਰਾ ਵੀਜ਼ਾ ਨਾ ਲਵਾਇਆ ਤਾਂ। ਹੁਣ ਕੁੜੀ ਉੱਥੇ ਫਰਸਟ੍ਰੇਟ ਨਹੀਂ ਹੋ ਗਈ ਵੀ ਯਾਰ ਜੋ ਕਰਨਾ ਕਰ, ਮੈਂ ਨਹੀਂ ਤੇਰੇ ਨਾਲ ਕਰਦੀ ਗੱਲ ਅੱਜ ਤੋਂ ਬਾਅਦ, ਜੋ ਕਰਨਾ ਕਰ। ਉਹਦੀ ਕੰਪਲੇਂਟ ਥਾਣੇ ਸ਼ਾਹਕੋਟ ਦੇ ਵਿੱਚ ਸ਼ਾਇਦ ਉਹ ਚੱਲਦੀ ਪਈ ਹੈ ਜੀ। ਅਸਲ 'ਚ ਰਿਸ਼ਤਿਆਂ ਦੀ ਜਿਹੜੀ ਸਾਡੀ ਹੁੰਦੀ ਨਾ, ਉਹ ਸਾਨੂੰ ਆਪਣੇ ਆਪ ਨੂੰ ਸੰਭਾਲ ਕੇ ਚੱਲਣਾ ਪੈਣਾ, ਸਾਨੂੰ ਆਪਣੇ ਉਹ ਗੱਲ ਕਰਕੇ ਚੱਲਣਾ ਪੈਣਾ ਵੀ ਅਸੀਂ ਉਹ 'ਤੇ ਵਿਸ਼ਵਾਸ ਪ੍ਰੋਪਰ ਕਰੀਏ। ਜੇ ਵਾਈਫ ਕੰਮ ਕਰ ਰਹੀ ਹੈ ਨਾ, ਹਸਬੈਂਡ ਵੀ ਪ੍ਰੋਪਰ ਓਨਾ ਹੀ ਕੰਮ ਕਰੇ ਉਹਦੇ ਬਰਾਬਰ ਦਾ, ਚਾਹੇ ਉਹ ਕੈਨੇਡਾ 'ਚ ਬੈਠਾ, ਚਾਹੇ ਉਹ ਇੰਡੀਆ ਬੈਠਾ ਜੀ। ਸਰ, ਮੈਨੂੰ ਤਾਂ ਲੱਗਦਾ ਹੈ ਕਿ ਲੋਕਾਂ ਦਾ ਜਿਹੜੇ ਦਿਮਾਗੀ ਹਾਲਤ ਹੈ ਨਾ, ਮਤਲਬ ਕਿ ਜਿਹੜੇ ਹਾਲਾਤ ਬਣੇ ਹੋਏ ਨੇ ਅੱਜ ਕੱਲ੍ਹ ਦੇ, ਵੀ ਜੇ ਇੱਕ ਕੁੜੀ ਬਾਹਰ ਗਈ ਹੈ ਤਾਂ ਸਿਰਫ ਆਪਾਂ ਬਾਹਰ ਜਾਣ ਤੱਕ ਹੀ ਉਹਦੇ ਨਾਲ ਮਤਲਬ ਰੱਖਣਾ, ਵੀ ਉਸ ਤੋਂ ਜ਼ਿਆਦਾ ਕੋਈ ਮਤਲਬ ਨਹੀਂ। ਜਿਵੇਂ ਕਿ ਆਪਾਂ ਨੂੰ ਕੱਲ ਇੱਕ ਕਾਲ ਆਈ ਸੀਗੀ, ਅਗਲਾ ਕਹਿੰਦਾ ਬਾਹਰੋਂ ਮੈਨੂੰ ਆਈਫੋਨ ਭੇਜ ਰਹੀ ਹੈ, ਸਭ ਕੁਝ ਭੇਜ ਰਹੀ ਹੈ, ਵੀ ਮੈਨੂੰ ਨਾ ਵੀ ਲੈ ਕੇ ਜਾਏਗੀ, ਮੈਨੂੰ ਕੋਈ ਦਿੱਕਤ ਨਹੀਂ ਹੈ। ਉਸ ਦੇ ਬਾਰੇ ਤੁਸੀਂ ਇੱਕ ਵਾਰੀ ਮਾੜਾ ਜਿਹਾ ਐਕਸਪਲੇਨ ਕਰਕੇ ਦੱਸ ਦਿਓ ਥੋੜਾ ਜਿਹਾ ਵੀ ਗੱਲ ਕੀ ਹੋਈ ਸੀ ਅਸਲ? ਦੇਖੋ ਜੀ, ਅਸਲ ਦੇ ਵਿੱਚ ਉਹ ਮੁੰਡਾ ਗੱਲ ਕਰ ਰਿਹਾ ਸੀਗਾ ਵੀ ਮੇਰੀ ਵਾਈਫ ਜਿਹੜੀ ਆ 2 ਸਾਲ ਹੋ ਗਿਆ, 4 ਸਾਲ ਹੋ ਗਏ ਬਾਹਰ ਗਈ ਨੂੰ, ਹੈ ਨਾ, ਵੀ ਉਹ ਕੁੜੀ ਮੇਰੀ ਵਾਈਫ ਬਿਲਕੁਲ ਠੀਕ ਆ, ਮੇਰੀ ਵਾਈਫ ਬਿਲਕੁਲ ਸਹੀ ਆ ਵੀ ਮੈਨੂੰ, ਮੈਂ ਕਿਹਾ ਵੀ ਤੈਨੂੰ ਸਪਾਊਸ ਵੀਜ਼ੇ ਲਈ ਬੁਲਾ ਰਹੀ ਸੀ ਜਾਂ ਪੀਆਰ ਵੀਜ਼ੇ ਲਈ? ਕਹਿੰਦੇ ਜੀ ਮੈਨੂੰ ਸਪਾਊਸ ਵੀਜ਼ੇ ਲਈ ਮੈਂ ਜਾਣਾ ਸੀ, ਪਰ ਹੁਣ ਮੈਂ ਪੀਆਰ ਵੀਜ਼ੇ ਲਈ ਜਾਣਾ ਹੈ।
ਠੀਕ ਹੈ 2 ਸਾਲ ਹੋ ਗਿਆ ਮੁੰਡਾ ਇੱਥੇ ਹੀ ਆ ਜੀ ਵੀਜ਼ਾ ਨਹੀਂ ਲੱਗਿਆ ਉਹਦਾ ਹਜੇ ਹੋਪਸ ਉਹ ਬੜੀ ਜਲਦੀ ਵੀਜ਼ਾ ਮੁੰਡੇ ਦਾ ਲੱਗ ਜਾਵੇ ਠੀਕ ਹੈ ਪਰ ਉਹ ਬੰਦੇ ਨੇ ਜਦੋਂ ਗੱਲ ਕਰਦਾ ਸੀਗਾ ਵੀ ਕੁੜੀ ਗਲਤ ਆ ਜਦੋਂ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਆਪਣੀ ਵਾਈਫ ਦੇ ਬਾਰੇ ਵੀ ਸੋਚ ਲਾ ਉਹ ਇਕੱਲੀ ਰਹਿੰਦੀ ਆ ਹੋ ਸਕਦਾ ਕੱਲ ਨੂੰ ਕੋਈ ਗੱਲ ਨਾ ਹੋ ਜਾਏ ਉਹ ਬੰਦਾ ਮੇਰੇ ਤੇ ਭੜਕ ਗਿਆ ਕਹਿੰਦਾ ਤੂੰ ਉਹਨਾਂ ਕੋਲ ਮੇਰੀ ਵਾਈਫ ਦੇ ਬਾਰੇ ਗਲਤ ਗੱਲ ਕਰਨ ਵਾਲਾ ਤੇ ਮੈਂ ਫਿਰ ਇਹੀ ਗੱਲ ਉਹਨੂੰ ਪੁੱਛੀ ਤੁਸੀਂ ਕੌਣ ਹੁੰਦੇ ਹੋ ਕਿਸੇ ਦੀ ਧੀ ਭੈਣ ਦੇ ਬਾਰੇ ਗੱਲ ਕਰਨ ਵਾਲੇ ਸਹੀ ਗੱਲ ਸਰ ਠੀਕ ਹੈ ਜੀ ਤੁਸੀਂ ਹੁੰਦੇ ਕੌਣ ਹੋ ਕਿਸੇ ਦੀ ਧੀ ਭੈਣ ਦੇ ਬਾਰੇ ਗੱਲ ਕਰਨ ਲਈ ਤੁਸੀਂ ਤਾਂ ਸਵਾਦ ਭਾਲਦੇ ਹੋ ਜੀ ਬੇਅੰਤ ਦੇ ਘਰ ਦੇ ਵਿੱਚ ਲਵਪ੍ਰੀਤ ਦੇ ਘਰ ਦੇ ਵਿੱਚ ਕੀ ਕੁਛ ਚੱਲ ਰਿਹਾ ਤੁਸੀਂ ਤਾਂ ਸਵਾਦ ਭਾਲਦੇ ਹੋ ਬਿਲਕੁਲ ਵੀ ਯਾਰ ਆਹ ਹੋ ਜੇ ਉਹ ਹੋ ਜੇ ਉਹ ਹੋ ਜੇ ਮੈਂ ਤੁਹਾਨੂੰ ਦੱਸਾਂ ਕਿਸੇ ਵੀ ਬੰਦੇ ਨੇ ਮੀਡੀਏਟਰ ਦਾ ਕੰਮ ਨਹੀਂ ਕੀਤਾ ਦੋਨਾਂ ਫੈਮਲੀਆਂ ਦੇ ਵਿੱਚ ਦੋਨਾਂ ਫੈਮਲੀਆਂ ਨੂੰ ਇਕੱਠੇ ਬੈਠ ਕੇ ਇਸ ਦਾ ਮਸਲੇ ਦਾ ਹੱਲ ਕੱਢਣਾ ਚਾਹੀਦਾ ਸੀ ਹੱਲ ਨਿਕਲ ਜਾਣਾ ਸੀ ਪਰ ਇਹਨਾਂ ਨੇ ਕੁਝ ਹੋਰ ਸੋਚਿਆ ਵੀ ਅਸੀਂ ਕਿਸੇ ਹੋਰ ਪਲੈਨਿੰਗ ਨਾਲ ਕੰਮ ਕਰੀਏ ਤਾਂ ਜੋ ਕਿ ਅਸੀਂ ਆਪਣੇ ਆਪ ਨੂੰ ਉੱਪਰ ਰੱਖ ਸਕੀਏ ਜੀ ਸਰ ਬੇਅੰਤ ਤਾਂ ਹਲੇ ਵੀ ਕਹਿ ਰਹੀ ਹੈ ਕਿ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਬਿਲਕੁਲ ਮਤਲਬ ਕਿ ਉਹਨਾਂ ਨਾਲ ਰਜ਼ਾਮੰਦੀ ਕਰਨਾ ਚਾਹੁੰਦੀ ਹਾਂ ਦੇਖੋ ਜੀ ਬੇਅੰਤ ਤਾਂ ਹਮੇਸ਼ਾ ਗੱਲ ਕਰਨਾ ਚਾਹੁੰਦੀ ਸੀ ਬੇਅੰਤ ਨੇ ਜਦੋਂ ਮੌਤ ਹੁੰਦੀ ਹੈ ਲਵਪ੍ਰੀਤ ਦੀ ਉਦੋਂ ਰਾਤ ਨੂੰ ਲਵਪ੍ਰੀਤ ਦੇ ਨਾਲ ਬੇਅੰਤ ਦੀ ਰਾਤ ਨੂੰ ਗੱਲ ਹੁੰਦੀ ਹੈ ਸ਼ਾਇਦ ਅਜੇ ਮੂਹਰੇ ਨਹੀਂ ਆਈ ਬੇਅੰਤ ਨੇ ਇਹ ਗੱਲ ਕਹੀ ਹੈ ਵੀ ਮੈਂ ਹੁਣ ਜੌਬ ਤੇ ਜਾ ਰਹੀ ਹਾਂ ਮੇਰਾ ਹੁਣ ਜੌਬ ਤੇ ਫੋਨ ਜਮ੍ਹਾਂ ਹੋ ਜਾਣਾ ਆਪਾਂ ਸਵੇਰੇ ਗੱਲ ਕਰਾਂਗੇ ਜੀ ਠੀਕ ਹੈ ਜੀ ਉਹ ਜਿਸ ਰਾਤ ਉਹਦੀ ਮੌਤ ਹੁੰਦੀ ਹੈ ਠੀਕ ਹੈ ਜੀ ਉਹ ਬੰਦੇ ਨੇ ਜਦੋਂ ਕਾਲ ਜਿਹੜੀ ਗੱਲ ਕੀਤੀ ਉਹ ਤਾਂ ਗੱਲ ਸਾਹਮਣੇ ਆਈ ਨਹੀਂ ਪਰ ਜਿਹੜੀਆਂ ਦੂਜੀਆਂ ਗੱਲਾਂ ਕਾਲਾਂ ਕਰ ਰਿਹਾ ਕਾਲ ਨਹੀਂ ਪਿਕ ਕਰ ਰਿਹਾ ਉਹ ਨਹੀਂ ਦੱਸੀ ਬੇਅੰਤ ਨੂੰ ਪਤਾ ਲੱਗਦਾ ਵੀ ਡੈਥ ਹੋ ਗਈ ਉਹਨੇ ਆਪਣੇ ਫਾਦਰ ਨੂੰ ਫੋਨ ਕਰਦੀ ਆ ਸਹੁਰੇ ਨੂੰ ਫੋਨ ਕਰਦੀ ਉਹ ਨਹੀਂ ਫੋਨ ਚੱਕਦਾ ਨਨਾਣ ਨੂੰ ਫੋਨ ਕਰਦੀ ਉਹ ਨਹੀਂ ਫੋਨ ਚੱਕਦੀ ਹੈ ਨਾ ਅਸਲ 'ਚ ਕਿਤੇ ਨਾ ਕਿਤੇ ਗਲਤੀ ਇਹਨਾਂ ਦੀ ਵੀ ਇਹਨਾਂ ਨੂੰ ਫੋਨ ਕਰਕੇ ਦੱਸਣਾ ਚਾਹੀਦਾ ਸੀ ਵੀ ਬਈ ਆਹ ਗੱਲ ਹੋ ਗਿਆ ਅਸਲ ਘਰ ਵਾਲਾ ਤਾਂ ਕੁੜੀ ਦਾ ਹੀ ਸੀ ਨਾਲ ਬਿਲਕੁਲ ਜੀ ਬਿਲਕੁਲ ਅਸੀਂ ਕਿਉਂ ਉਹ ਤੋਂ ਲੁਕੋ ਕੇ ਰੱਖੀ ਚੀਜ਼ ਨਾਲੇ ਜੋ ਮਰਜ਼ੀ ਸੀ ਸਰ ਫਿਰ ਵੀ ਉਹਨਾਂ ਦੀ ਨੂੰਹ ਸੀ ਸਭ ਤੋਂ ਦੱਸਣਾ ਪਹਿਲਾ ਹੱਕ ਉਹਨੂੰ ਬਣਦਾ ਸੀ ਬਿਲਕੁਲ ਜੀ ਤੁਹਾਡਾ ਹੱਕ ਬਣਦਾ ਸੀ ਵੀ ਪੁੱਤ ਤੂੰ ਆਉਣਾ ਆ ਜਾਂ ਕਿਵੇਂ ਕਰੇਂਗੀ ਕਿਉਂਕਿ ਹੁਣ ਤੈਨੂੰ ਆਉਣਾ ਹੀ ਪੈਣਾ ਆ ਮੈਂ ਜੇ ਉੱਥੇ ਗੱਲ ਕਰਦਾ ਤੈਨੂੰ ਆਉਣਾ ਹੀ ਪੈਣਾ ਜਿਵੇਂ ਮਰਜ਼ੀ ਆ ਜੇ ਤੈਨੂੰ ਬਾਹਲੀ ਲੋੜ ਟਿਕਟ ਅਸੀਂ ਭਿਜਵਾ ਦਾਂਗੇ ਪਰ ਤੂੰ ਆ ਕਰੀ ਕਿਉਂਕਿ ਬਹੁਤ ਵੱਡਾ ਕਹਿਰ ਹੋਇਆ ਹੈ ਕਿ ਤੈਨੂੰ ਆਉਣਾ ਚਾਹੀਦਾ ਕਿਉਂਕਿ ਇੱਥੇ ਜੋ ਹਾਲਾਤ ਸੀ ਕੁੜੀ ਦੇ ਪਰ ਇੱਥੇ ਹਾਲਾਤਾਂ ਨੂੰ ਮੋੜ ਦਿੱਤਾ ਗਿਆ ਮੈਨੂੰ ਨਹੀਂ ਪਤਾ ਇਹਦੇ ਵਿੱਚ ਫੈਮਿਲੀ ਦਾ ਕੀ ਰੋਲ ਸੀ ਕੀ ਨਹੀਂ ਰੋਲ ਸੀ ਮੈਨੂੰ ਨਹੀਂ ਲੱਗਦਾ ਉਹਦੀ ਫੈਮਿਲੀ ਦਾ ਰੋਲ ਹੋਊਗਾ ਇਹ ਜਿਹੜੇ ਸ਼ਰੀਕਿਆਂ ਦੇ ਲੋਕ ਸੀ ਜਾਂ ਹੋਰ ਲੋਕਾਂ ਦਾ ਰੋਲ ਸੀ ਇਸ ਚੀਜ਼ ਦੇ ਵਿੱਚ ਵੀ ਜੇ ਤੁਸੀਂ ਅੱਜ ਮੁੰਡੇ ਨੂੰ ਇਹ ਗੱਲ ਕਲੀਅਰ ਕਰਤੀ ਵੀ ਮੁੰਡੇ ਦੀ ਨੈਚੁਰਲ ਮੌਤ ਹੋਈ ਆ ਜਾਂ ਮੁੰਡੇ ਨੇ ਡਰੱਗ ਲੈ ਕੇ ਮੌਤ ਮਰਿਆ ਜਾਂ ਕਿਸੇ ਤਰੀਕੇ ਨਾਲ ਮੌਤ ਹੋਈ ਆ ਫਿਰ ਤੁਹਾਡੀ ਜਿਹੜੀ ਪੈਸਾ ਜਿਹੜਾ ਹੈਗਾ ਤੁਹਾਡਾ ਖਤਮ ਹੋ ਜੂ ਤੁਹਾਡੇ ਜਾਂਦੇ ਜਾਂਦੇ ਇਹ ਤਾਂ ਮਿਲ ਜਾਵੇ ਤੁਹਾਨੂੰ ਤੇ ਸਰ ਜਾਂਦੇ ਜਾਂਦੇ ਇੱਕ ਸਵਾਲ ਕਿ ਲਵਪ੍ਰੀਤ ਔਰ ਬੇਅੰਤ ਦੀ ਜਿਹੜੀ ਆਪਣੀ ਪਰਸਨਲ ਚੈਟ ਸੀਗੀ ਕਿ ਉਹਨੂੰ ਵਾਇਰਲ ਕਰਨਾ ਕਿੰਨਾ ਕੁ ਸਹੀ ਹੈ ਮੈਮ ਸਭ ਤੋਂ ਕਿਉਂਕਿ ਉਹਦੇ ਵਿੱਚ ਪਰਸਨਲ ਚੈਟਸ ਵੀ ਹੁੰਦੀਆਂ ਨੇ ਸਭ ਤੋਂ ਵੱਡਾ ਬੇਵਕੂਫੀ ਵਾਲਾ ਸਭ ਤੋਂ ਵੱਡਾ ਕਦਮ ਜਿਹੜਾ ਸੀ ਨਾ ਜਿਹੜੀ ਇਹਦੀ ਚੈਟ ਵਾਇਰਲ ਕੀਤੀ ਠੀਕ ਹੈ ਜੀ ਅੱਜ ਕੱਲੇ ਦੇ ਫੋਨ ਦੇ ਵਿੱਚ ਉਹਦੀ ਚੈਟ ਆ ਕੱਲੇ ਫੋਨ ਦੇ ਵਿੱਚ ਉਹਦੀ ਵਾਇਰਲ ਵੀਡੀਓ ਆ ਕੁਝ ਵੀ ਇਹਦੇ ਵਿੱਚ ਇਦਾਂ ਦਾ ਨਹੀਂ ਹੈਗਾ ਵੀ ਹਾਂ ਵੀ ਕਿਸੇ ਜਗ੍ਹਾ ਦੇ ਉੱਤੇ ਵੀ ਅਸੀਂ ਉਸ ਚੀਜ਼ ਨੂੰ ਕਰੀਏ ਲਵਪ੍ਰੀਤ ਨੇ ਸਿਰਫ ਤੇ ਸਿਰਫ ਇਹੀ ਗੱਲਾਂ ਕਰਦਾ ਮੇਰੇ ਨਾਲ ਗੱਲ ਕਰ ਕਿਵੇਂ ਬੰਦਾ ਵਾਕਈ ਕੰਮ ਦੇ ਵਿੱਚ ਹੁੰਦਾ ਅਸੀਂ ਗੱਲ ਨਹੀਂ ਕਰ ਸਕਦੇ ਜੀ ਤੇ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਆਪਣੇ ਰਿਸ਼ਤਿਆਂ ਨੂੰ ਬਚਾਉਣ ਦੀ ਗੱਲ ਵਾਸਤੇ ਅਸੀਂ 100 ਸੈਕਰੀਫਾਈਸ ਕਰ ਜਾਂਦੇ ਆ ਪਰ ਇਸ ਘਰ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਉਹ ਬੰਦਾ ਇੰਡੀਆ 'ਚ ਰਹਿ ਕੇ ਵੀ ਬੇਅੰਤ ਕੌਰ ਦੇ ਉੱਤੇ ਉਹਨੂੰ ਹਾਈਵੇ ਹੋਣ ਨੂੰ ਫਿਰਦਾ ਸੀ ਵੀ ਮੈਂ ਤੇਰੇ ਤੇ ਆ ਵੀ ਆ ਤੂੰ ਕੁਝ ਨਹੀਂ ਕਰ ਸਕਦੀ ਤੂੰ ਐ ਨਹੀਂ ਪਰ ਕੁੜੀ ਨੇ ਅਜੇ ਕੁੜੀ ਦਾ ਕੋਈ ਰਿਲੇਸ਼ਨ ਨਹੀਂ ਵੀ ਨਿਕਲ ਕੇ ਆਇਆ ਪਰ ਇਹ ਲੋਕਾਂ ਨੇ ਉਹਨੂੰ ਰਿਲੇਸ਼ਨ ਬਣਾਤਾ ਠੀਕ ਹੈ ਲਵਪ੍ਰੀਤ ਦੇ ਦਿਮਾਗ 'ਚ ਭਰਤਾ ਵੀ ਉਹਦਾ ਰਿਲੇਸ਼ਨ ਕਿਸੇ ਹੋਰ ਨਾਲ ਉਹਦਾ ਰਿਲੇਸ਼ਨ ਕਿਸੇ ਹੋਰ ਨਾਲ ਜੇ ਤੁਸੀਂ ਆਪਣੀ ਵਾਈਫ ਦੇ ਨਾਲ ਜਿਹੜੀ ਚਾਹੇ ਉਹਨਾਂ 10 ਦਿਨ ਰਹਿ ਕੇ ਗਈ ਹੋਵੇ ਤੁਸੀਂ ਉਹਤੇ ਵਿਸ਼ਵਾਸ ਨਹੀਂ ਕਰ ਸਕਦੇ ਤਾਂ ਮਤਲਬ ਤੁਹਾਡਾ ਰਿਸ਼ਤਾ ਅੱਜ ਵੀ ਟੁੱਟਿਆ ਤੇ ਕੱਲ ਵੀ ਟੁੱਟਿਆ ਜੀ ਠੀਕ ਹੈ ਜੀ ਸਰ ਬੇਅੰਤ ਦੇ ਉਹਨਾਂ ਨੇ ਸਿਰਫ ਨੈਗੇਟਿਵ ਪੁਆਇੰਟ ਹੀ ਕਿਉਂ ਕੱਢੇ ਨੇ ਪੋਜ਼ਿਟਿਵ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਨਾ ਹੀ ਕੋਈ ਮੀਡੀਆ ਅੱਜ ਤੱਕ ਉਹਦੇ ਪੋਜ਼ਿਟਿਵ ਗੱਲਾਂ ਤੇ ਗਿਆ ਹੋਇਆ ਅਸਲ ਮੈਂ ਹੁਣ ਦੱਸਦਾ ਤੁਹਾਨੂੰ ਜਿਹੜਾ ਵੀ ਬੰਦਾ ਬੇਅੰਤ ਕੌਰ ਦੇ ਹੱਕ ਦੀ ਗੱਲ ਕਰੂਗਾ ਕੁਛ ਨਾ ਜਿਹੜੀਆਂ ਫੇਸਬੁੱਕੀ ਭੇਡਾਂ ਨੇ ਜੀ ਕਮੈਂਟ ਵਾਲੀਆਂ ਠੀਕ ਹੈ ਜੀ ਉਹ ਹੁੰਦੀਆਂ ਨਾ ਮਗਰ ਲੱਗ ਜਾਂਦੀਆਂ ਨੇ ਬਿਲਕੁਲ ਜੀ ਠੀਕ ਹੈ ਜੀ ਮੈਂ ਕਰਦੀਆਂ ਕਮੈਂਟ ਕਰਦੀਆਂ ਤੇਰੇ ਘਰ ਮਰੂ ਫੇਰ ਪਤਾ ਲੱਗੂ ਤੇਰੇ ਘਰ ਮਰੂ ਫੇਰ ਪਤਾ ਲੱਗੂ ਹਨਾ ਅਸਲ ਦੇ ਵਿੱਚ ਕੀ ਆ ਪੂਰੇ ਦੁਨੀਆ ਦੇ ਵਿੱਚ ਜੇ ਤੁਸੀਂ ਇੱਕ ਵੀ ਚੀਜ਼ ਨੂੰ 100% ਸਹੀ ਨਹੀਂ ਹੋ ਸਕਦੀ ਤਾਂ 100% ਗਲਤ ਨਹੀਂ ਹੋ ਸਕਦੀ ਬਿਲਕੁਲ ਜੀ ਠੀਕ ਹੈ ਜੀ ਕੁਝ ਪਰਸੈਂਟੇਜ ਹਿੱਸੇ ਹੁੰਦੇ ਨੇ ਸਹੀ ਤੇ ਕੁਝ ਪਰਸੈਂਟੇਜ ਹਿੱਸੇ ਹੁੰਦੇ ਨੇ ਗਲਤ ਇਹ ਆਉਣ ਵਾਲਾ ਸਮਾਂ ਦੱਸਦਾ ਵੀ ਹਾਂ ਵੀ ਉਹ ਜਿਹੜੀ ਜੋ ਵੀ ਚੀਜ਼ ਸੀਗੀ ਅਸਲ ਮੌਤ ਦਾ ਕਾਰਨ ਕੀ ਸੀ ਮੈਂ ਕਲੀਅਰ ਪਹਿਲਾਂ ਵੀ ਦੱਸਿਆ ਸੀ ਮੌਤ ਦਾ ਕਾਰਨ ਕੁਝ ਹੋਰ ਆ ਸੁਸਾਈਡ ਮੌਤ ਦਾ ਕਾਰਨ ਨਹੀਂ ਹੈ ਹੋ ਸਕਦਾ ਕੱਲ ਨੂੰ ਮੌਤ ਦਾ ਕਾਰਨ ਹੋਰ ਨਿਕਲਣਾ ਬਿਲਕੁਲ ਨਿਕਲੂਗਾ ਪਰ ਮੇਨ ਚੀਜ਼ ਗੱਲ ਆ ਜਿਹੜਾ ਬੇਅੰਤ ਦਾ ਜਿਹੜਾ ਇਸ ਟਾਈਮ ਟੌਪਿਕ ਚੱਲ ਰਿਹਾ ਇਹ ਬਹੁਤ ਹੌਟ ਸੇਲਿੰਗ ਚੱਲ ਰਿਹਾ ਹਰੇਕ ਬੰਦੇ ਨੂੰ ਇਹ ਲੱਗਦਾ ਵੀ ਮੈਂ ਵਾਇਰਲ ਹੋ ਜੂ ਜਾਂ ਚੀਜ਼ ਹੋ ਜੂ ਪਰ ਮੀਡੀਆ ਨੂੰ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ ਕਿ ਦੋਨਾਂ ਧਿਰਾਂ ਦਾ ਦੋਨਾਂ ਪੱਖਾਂ ਦਾ ਬਰਾਬਰ ਹੀ ਅਸੀਂ ਜਿਹੜਾ ਤਾਲਮੇਲ ਬਿਠਾ ਕੇ ਰੱਖੀਏ ਤਾਂ ਹੀ ਅਸੀਂ ਅੱਗੇ ਵਧਦੇ ਪਰ ਇਹਨਾਂ ਨੇ ਇੱਕੋ ਹੀ ਚੀਜ਼ ਨੂੰ ਪੋਜ਼ਿਟਿਵ ਦਿਖਾਤਾ ਬਾਕੀ ਚੀਜ਼ ਨੂੰ ਨੈਗੇਟਿਵ ਦਿਖਾਤਾ ਹੁਣ ਅੱਛਾ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ ਬੇਅੰਤ ਕੌਰ ਨੂੰ ਤਾਂ ਕਹਿਤਾ ਵੀ ਤੂੰ ਇਹ ਬੇਅੰਤ ਕੌਰ ਆਈ ਨਹੀਂ ਚਾਚੇ ਦੀ ਭੈਣ ਅਮਰੀਕਾ ਦੇ ਵਿੱਚ ਆ ਜੀ ਲਵਪ੍ਰੀਤ ਦੀ ਭੂਆ ਲੱਗਦੀ ਹੈ ਠੀਕ ਹੈ ਜੀ ਬਿਲਕੁਲ ਉਹ ਕਿਉਂ ਨਹੀਂ ਆਈ ਸੰਸਕਾਰ ਤੇ ਜੀ
ਸਕੀ ਭੂਆ ਹੋਵੇ, ਚਾਹੇ ਤਾਇਆ ਚਾਚਾ ਭਤੀਜੇ ਦੇ ਸੰਸਕਾਰ ਤੇ ਨਾ ਆਵੇ ਤਾਂ ਵੀ ਹੋ ਨਹੀਂ ਸਕਦਾ। ਐਮਰਜੈਂਸੀ ਉਹਨੂੰ ਨਾ ਕਾਫੀ ਟਾਈਮ ਹੋ ਗਿਆ, ਉਹ ਵੀ ਤਾਂ ਐਮਰਜੈਂਸੀ ਟਿਕਟ ਲੈ ਕੇ ਆ ਸਕਦੀ। ਹੁਣ ਚਾਚੇ ਦੇ ਦਿਮਾਗ ਥੋੜਾ ਉਹ ਕਹਿਣਾ ਉਹ ਕਿਹੜੇ ਸਕੀ ਭੂਆ ਸੀ। ਠੀਕ ਹੈ ਜੀ, ਹੁਣ ਮੈਂ ਉਹਦਾ ਜਵਾਬ ਹੀ ਦੇਦਾ, ਸਕੀ ਭੂਆ ਜੇ ਨਹੀਂ ਸੀ ਫਿਰ ਉਹ ਜਿਹੜਾ ਉੱਥੇ ਫੰਡ ਇਕੱਠਾ ਕਰ ਰਹੀ ਆ ਉਹ ਕਿਉਂ ਕਰ ਰਹੀ ਆ ਜੀ। ਠੀਕ ਹੈ ਜੀ, ਉਹ ਜੇ ਫੰਡ ਇਕੱਠਾ ਕਰਨਾ ਸੀ ਉਹਦਾ ਜਿਹੜਾ ਫਾਊਂਡਰ ਸੀ ਉਹਦੇ ਫਾਦਰ ਨੂੰ ਕਿਉਂ ਨਹੀਂ ਬਣਾਇਆ ਗਿਆ, ਲਵਪ੍ਰੀਤ ਦੇ ਫਾਦਰ ਨੂੰ ਕਿਉਂ ਨਹੀਂ ਬਣਾਇਆ। ਲਗਭਗ 3500-4000 ਡਾਲਰ ਜਿਹੜਾ ਉਹਨਾਂ ਨੇ ਇਕੱਠਾ ਕਰ ਚੁੱਕੇ ਆ ਉੱਥੇ। ਠੀਕ ਹੈ ਜੀ, ਹੁਣ ਮੈਨੂੰ ਨਹੀਂ ਪਤਾ ਉਹ ਫਾਊਂਡਰ ਜਿਹੜੇ ਹੈਗੇ ਆ ਉਹ ਪੈਸਾ ਕਿੱਦਾਂ ਲਵਪ੍ਰੀਤ ਦੀ ਫੈਮਿਲੀ ਨੂੰ ਪਹੁੰਚੂਗਾ, ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ। ਪਰ ਪਲੀਜ਼ ਇਹ ਜਿਹੜੇ NRI ਭਰਾ ਨੇ, ਜਿਹੜੇ NRI ਵੀਰ ਨੇ, ਮਿੱਤਰ ਨੇ, ਉਹ ਯਾਰ ਜਿਹੜੀ ਵੀ ਪੇਮੈਂਟ ਦੇਣੀ ਹੈ ਨਾ ਤੁਸੀਂ ਥਰਡ ਪਾਰਟੀ ਦੇ ਥਰੂ ਨਾ ਦਿਓ, ਸਿੱਧੇ ਲਵਪ੍ਰੀਤ ਦੇ ਫਾਦਰ ਨਾਲ ਗੱਲ ਕਰਕੇ ਲਵਪ੍ਰੀਤ ਦੇ ਫਾਦਰ ਨੂੰ ਪੇਮੈਂਟ ਭੇਜੋ ਜੇ ਤੁਸੀਂ ਹੈਲਪ ਕਰਨਾ ਰਿਐਲਿਟੀ 'ਚ ਚਾਹੁੰਦੇ ਹੋ। ਪਰ ਇਹ ਗੱਲ ਕਲੀਅਰ ਮੈਂ ਗੱਲ ਕਰਦਾ, ਜੇ ਤੁਸੀਂ ਅੱਜ ਇਹਨਾਂ ਦੀ ਹੈਲਪ ਕਰ ਰਹੇ ਹੋ ਨਾ, ਪਰ ਕੱਲ੍ਹ ਨੂੰ ਜਿਹੜੇ ਕੋਈ ਕਿਸਾਨ ਵੀ ਸੁਸਾਈਡ ਕਰਦਾ ਨਾ ਉਹਨਾਂ ਦੀ ਮਦਦ ਅੱਜ ਤੋਂ ਸਟਾਰਟ ਕਰ ਦਿਓ, ਕਿਉਂਕਿ ਕੱਲ੍ਹ ਨੂੰ ਕੋਈ ਕਿਸਾਨ ਸੁਸਾਈਡ ਨਾ ਕਰੇ। ਜੀ ਜੀ ਸਰ, ਇੱਕ ਮਤਲਬ ਕਿ ਲਵਪ੍ਰੀਤ ਦੇ ਜਿਹੜੇ ਵਕੀਲ ਸਾਹਿਬ ਨੇ ਹਨਾ, ਉਹ ਨਾ ਇੱਕ ਕਹਿ ਰਹੇ ਨੇ ਬੇਅੰਤ ਕੌਰ ਦੀ ਮੈਂ ਪੂਰੀ ਡਿਟੇਲ ਪਤਾ ਨਹੀਂ ਇਦਾਂ ਦੇ ਕੁਝ ਪੇਪਰ ਕਢਵਾਏ ਆ ਉਹਨਾਂ ਦੇ ਵੀ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਪਣੀ ਕੈਨੇਡਾ ਸਰਕਾਰ ਹੈ ਵੀ ਉਹ ਇੱਕ ਬੰਦੇ ਦੇ, ਇੱਕ ਵਕੀਲ ਦੇ ਹੋਣ ਤੇ ਮਿੰਟਾਂ 'ਚ ਉਹਦੀ ਡਿਟੇਲ ਕੱਢ ਦਿੰਦੇ ਆ ਕੁੜੀ ਦੀ? ਮੈਮ ਪਹਿਲੀ ਤਾਂ ਗੱਲ ਇਹ ਕਲੀਅਰ ਜੀ ਗੱਲ ਕਰਦੀ ਹੈ, ਪਹਿਲੀ ਗੱਲ ਤਾਂ ਉਹਨਾਂ ਨੂੰ ਕੋਈ ਡਾਕੂਮੈਂਟ ਹੈ ਨਹੀਂ, ਡਾਕੂਮੈਂਟ ਹੁੰਦੇ ਤਾਂ ਸਾਬਤ ਕਰਦੇ। ਬਿਲਕੁਲ, ਮੀਡੀਆ ਦੇ ਵਿੱਚ ਨਾਲੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੈਟਾਂ ਆ ਗਈਆਂ ਸਾਰੀਆਂ, ਸਭ ਕੁਝ ਆ ਗਿਆ, ਫਿਰ ਪ੍ਰੂਫ ਕਿਉਂ ਨਹੀਂ ਹੁੰਦੇ? ਅਨਮੈਰਿਡ ਵਾਲੇ ਪ੍ਰੂਫ ਕਿਉਂ ਨਹੀਂ ਹੁੰਦੇ? ਅਸੀਂ ਮੈਰਿਡ ਵਾਲੇ ਪ੍ਰੂਫ ਦੇ ਦਿੰਦੇ ਹਾਂ, ਪਰ ਅਨਮੈਰਿਡ ਵਾਲਾ ਪ੍ਰੂਫ ਕਿਉਂ ਨਹੀਂ ਆਇਆ? ਸਿਰਫ ਤਾਂ ਸਿਰਫ ਇਹ ਗੱਲਾਂ ਕਰਦੇ ਨੇ। ਕਿਉਂਕਿ ਮੈਂ ਕੈਨੇਡਾ ਦੀ ਗੱਲ ਦੱਸਦਾ, ਕੈਨੇਡਾ ਦੇ ਵਿੱਚ ਅਸੀਂ ਕਿਸੇ ਦੀ ਇਨਫੋਰਮੇਸ਼ਨ ਕਢਾਉਣੀ ਹੋਵੇ, ਲੈਣੀ ਹੋਵੇ, ਤੇ ਸਾਨੂੰ ਅਸੀਂ ਉਹਦੀ ਨਹੀਂ ਇਨਫੋਰਮੇਸ਼ਨ ਲੈ ਸਕਦੇ। ਉਹ ਕੈਨੇਡਾ ਦੇ ਸਰਕਾਰ ਦੇ ਰੂਲ ਦੇ ਖਿਲਾਫ ਆ ਵੀ ਉਹ ਕਿਸੇ ਵੀ ਨਾਗਰਿਕ ਦੀ ਜਿਹੜੀ ਹੈਗੀ ਆ ਪਰਸਨਲ ਡਿਟੇਲ, ਪਰਸਨਲ ਇਨਫੋਰਮੇਸ਼ਨ ਉਹ ਕਿਸੇ ਨਾਲ ਸਾਂਝੀ ਨਹੀਂ ਕਰਦੇ, ਚਾਹੇ ਇੰਡੀਆ ਦਾ ਕੋਈ ਵੀ ਬੰਦਾ ਹੋਵੇ, ਚਾਹੇ ਕੈਨੇਡਾ ਦਾ ਕੋਈ ਵੀ ਬੰਦਾ ਹੋਵੇ, ਕਿਸੇ ਨਾਲ ਉਹ ਸ਼ੇਅਰ ਨਹੀਂ ਕਰਦੇ। ਜੀ ਬਿਲਕੁਲ, ਜੇਕਰ ਉਹ ਨਾ ਆਪਣੀ ਇਨਫੋ ਦੇਗਾ ਉਹਨਾਂ ਤੱਕ ਕੈਨੇਡਾ ਸਰਕਾਰ ਵੀ ਨਹੀਂ ਕਰਵਾ ਸਕਦੀ ਜੀ। ਠੀਕ ਹੈ ਜੀ, ਅਸਲ ਮੇਨ ਕਾਰਨ ਹੀ ਇਹ ਚੀਜ਼ਾਂ ਦੇ ਨੇ। ਸਾਨੂੰ ਲੋਕਾਂ ਨੂੰ ਇੱਕ ਸਿਰਫ ਤੇ ਸਿਰਫ ਅੱਖਾਂ ਤੋਂ ਪੱਟੀ ਬੰਨ੍ਹ ਕੇ ਸੋਚਣ ਦੀ ਲੋੜ ਨਹੀਂ। ਠੀਕ ਹੈ ਜੀ, ਜੋ ਮੌਤ ਹੋਈ ਆ ਬਹੁਤ ਭਿਆਨਕ ਹੋਈ ਆ, ਬਹੁਤ ਦਰਦਨਾਕ ਮੌਤ ਆ। ਠੀਕ ਹੈ ਜੀ, ਇਸ ਦੀ ਸਿੰਪੈਥੀ ਸਾਨੂੰ ਵੀ ਉਸ ਚੀਜ਼ ਆ, ਪਰ ਅਸੀਂ ਇੱਕ ਪੱਖ ਲੈ ਕੇ ਹਮੇਸ਼ਾ ਸਾਨੂੰ ਚੱਲਣ ਦੀ ਲੋੜ ਨਹੀਂ। ਅਸੀਂ ਦੋਨੇ ਪੱਖ ਲੈ ਕੇ ਹੀ ਚੱਲਾਂਗੇ ਤਾਂ ਹੀ ਸਾਡੀ ਉਹ ਚੀਜ਼ ਦੇ ਉੱਤੇ ਗੱਡੀ ਚੱਲਦੀ ਆ। ਅਸੀਂ ਇੱਕ ਪੱਖ ਨੂੰ ਹਮੇਸ਼ਾ ਪੋਜ਼ਿਟਿਵ ਤੇ ਇੱਕ ਪੱਖ ਨੂੰ ਹਮੇਸ਼ਾ ਨੈਗੇਟਿਵ ਨਹੀਂ ਦਿਖਾ ਸਕਦੇ। ਦੋਨੇ ਪੱਖ ਬਰਾਬਰ ਲੈ ਕੇ ਹੀ ਚੱਲਾਂਗੇ ਤਾਂ ਹੀ ਗੱਡੀ ਚੱਲੂਗੀ। ਤੁਹਾਡੇ ਰਿਸ਼ਤਿਆਂ ਦੇ ਵਿੱਚ ਜਿੰਨਾ ਚਿਰ ਪਿਆਰ ਨਹੀਂ ਹੁੰਦਾ, ਜਿੰਨਾ ਚਿਰ ਤੁਹਾਡੇ ਬਲੀਵ ਨਹੀਂ ਹੁੰਦੇ, ਜਿੰਨਾ ਚਿਰ ਤੁਹਾਡੇ ਇੱਕ ਦੂਜੇ ਦੇ ਨਾਲ ਬੌਂਡਿੰਗ ਸਹੀ ਨਹੀਂ ਹੁੰਦੀਆਂ, ਤਦ ਤੱਕ ਤੁਹਾਡੇ ਰਿਸ਼ਤੇ ਨਹੀਂ ਸਹੀ ਚੱਲਣਗੇ। ਤੁਸੀਂ ਆਪਣੀ ਬੌਂਡਿੰਗ ਸਹੀ ਤਰੀਕੇ ਨਾਲ ਕਰੋ। ਜੇ ਤੁਹਾਡੀ ਵਾਈਫ ਕੈਨੇਡਾ 'ਚ ਬੈਠੀ ਆ ਜਾਂ ਅਮਰੀਕਾ 'ਚ ਬੈਠੀ ਆ, ਤੁਹਾਡੇ ਹਸਬੈਂਡ ਬੈਠੇ, ਉਹਨਾਂ ਇੱਕ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕਰੋ, ਪਿਆਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹੋ ਸਕਦਾ ਸ਼ਾਇਦ ਵੀ ਬਹੁਤ ਜ਼ਿਆਦਾ ਪਰਿਵਾਰ ਇਹ ਚੀਜ਼ਾਂ ਤੋਂ ਬਚ ਸਕਣ। ਜੀ, ਸੋ ਗੁਰਪ੍ਰੀਤ ਸਿੰਘ ਰੰਧਾਵਾ ਜੀ, ਤੁਹਾਡਾ ਇਸ ਐਪੀਸੋਡ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ ਗੁਰਪ੍ਰੀਤ ਜੀ। ਸੋ ਦੋਸਤੋ, ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਬਣੇ ਰਹੋ ਸ਼ਨਕਾਟਾ TV ਦੇ ਨਾਲ। ਤਾਂ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ।